ਹਮੇਸ਼ਾ ਵਾਂਗ ਸਾਡੇ ਦੋਸਤ ਰਜਿੰਦਰ ਮਹਿੰਦਰੂ ਜੀ ਤੇ ਨਾਲ ਦੀ ਨਾਲ ਕੰਵਰ ਮੰਜ਼ਲ ਸਾਹਿਬ, ਦੋਨਾਂ ਦਾ ਹਾਰਦਿਕ ਸਵਾਗਤ ਜੀ। ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ। ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੰਜ਼ਲ ਸਾਹਿਬ, ਬਚਪਨ ਤੋਂ ਅਸੀਂ ਦੇਖਦੇ ਆ ਰਹੇ ਹਾਂ, ਸੁਣਦੇ ਆ ਰਹੇ ਹਾਂ ਕਿ ਜਦੋਂ ਰੱਖੜੀ ਆਉਂਦੀ ਹੈ ਨਾ, ਰੱਖੜੀ ਤੋਂ ਹਫ਼ਤਾ ਕੁ ਪਹਿਲਾਂ ਭੈਣਾਂ ਆਪਣੇ ਭਰਾਵਾਂ ਵੱਲ ਨੂੰ ਰੱਖੜੀਆਂ ਪੋਸਟ ਕਰਨੀਆਂ ਸ਼ੁਰੂ ਕਰ ਦਿੰਦੀਆਂ ਨੇ ਤੇ 10-15 ਦਿਨ ਪਹਿਲਾਂ ਵੀ, ਕਈ ਜਿਹੜੇ ਦੂਰ ਦੇ ਹੁੰਦੇ 10-15 ਦਿਨ, ਮਹੀਨਾ ਪਹਿਲਾਂ ਵੀ ਭੇਜ ਦਿੰਦੇ ਨੇ। ਤੇ ਏਦਾਂ ਦਾ ਹਾਲਾਤ ਜਿਹੜੇ ਆ ਉਹ ਇਸ ਵਕਤ ਸਾਡੇ ਸਾਹਮਣੇ ਦੇਖਣ ਨੂੰ ਮਿਲੇ ਆ। ਅਸੀਂ ਧਰਤੀ ਨੂੰ ਮਾਂ ਦੱਸਦੇ ਆ, ਮਾਂ ਧਰਤੀ ਨੇ ਇੱਕ ਸੁਨੇਹਾ ਭੇਜਿਆ, ਚੰਦਾ ਮਾਮਾ ਅਸੀਂ ਆਖਦੇ ਆ ਚੰਦੇ ਮਾਮੇ ਨੂੰ। ਚੰਦਾ ਮਾਮਾ ਜੀ ਨੂੰ ਸੁਨੇਹਾ ਭੇਜਿਆ ਚੰਦਰਯਾਨ 3 ਦੇ ਰੂਪ ਵਿੱਚ। ਸਾਡੇ ਵਿਗਿਆਨੀਆਂ ਨੇ ਇੱਕ ਇਸ ਤਰੀਕੇ ਦੇ ਨਾਲ ਕੰਮ ਕੀਤਾ ਕਿ ਜਿਹੜੇ ਆਪਣੇ ਆਪ ਨੂੰ ਲਾਡੂ ਖਾਂ ਸਮਝਦੇ ਸੀ ਇਸ ਦੁਨੀਆ ਦੇ, ਸੰਸਾਰ ਦੇ, ਉਹ ਸਾਰੇ ਮੁਲਕ ਜਿਹੜੇ ਆ ਉਹ ਇਸ ਖੇਤਰ ਵਿੱਚ ਪਛੜ ਗਏ ਨੇ। ਤੇ ਪਹਿਲੀ ਵਾਰੀ ਇਦਾਂ ਦਾ ਤਜਰਬਾ ਹੋਇਆ ਕਿ ਆਮ ਤੌਰ ਤੇ ਤਾਂ ਜਿਹੜੇ ਬਾਕੀ ਦੇਸ਼ ਚੜਾਉਂਦੇ ਸੀ, ਉਹ ਕਹਿੰਦੇ ਉੱਤਰੀ ਧਰੁਵ ਦੇ ਉੱਤੇ ਚੜਾਉਂਦੇ ਸੀਗੇ, ਜਾਂਦੇ ਸੀ ਇਹਨਾਂ ਦੇ ਜਹਾਜ਼, ਜਾਂਦੇ ਸੀ ਇਹਨਾਂ ਦੇ ਪ੍ਰੋਜੈਕਟ, ਤੇ ਉੱਥੇ ਜਾ ਕੇ ਖੋਜ ਕਰਕੇ ਆ ਕੇ ਮੁੜ ਆਉਂਦੇ ਸੀ। ਤੇ ਪਹਿਲਾਂ ਤਾਂ ਚੰਦਰਯਾਨ ਜਦੋਂ ਪਹਿਲਾਂ ਹੀ ਗਿਆ ਸਾਡਾ ਇੰਡੀਆ ਦਾ, ਉਸ ਵਕਤ ਵੀ ਜਿਹੜੀ ਖੋਜ ਕਰਕੇ ਆਇਆ, ਕਹਿੰਦੇ ਉਹ ਖੋਜ ਹਜਮ ਨਹੀਂ ਸੀ ਹੋ ਰਹੀ। ਮੈਨੂੰ ਯਾਦ ਆ ਰਿਹਾ, ਜਿਵੇਂ ਆਪਾਂ ਕਹਿੰਦੇ ਹੁੰਦੇ ਨਾ ਕਲਾਸਾਂ 'ਚ ਸਾਡੀ ਜਮਾਤ ਲੱਗੀ ਹੁੰਦੀ ਹੈ, ਤੇ ਕਹਿੰਦੇ ਜਿਹੜੇ ਟੀਚਰ ਜਿਹੜੇ ਹੁੰਦੇ ਨਾ, ਉਹ ਸਬਕ ਸਿਖਾਉਂਦੇ ਆ, ਉਹ ਦੱਸਦੇ ਆ ਕਿ ਸਾਡੀ ਖੋਜ ਦੱਸਦੀ ਆ ਕਿ ਆਹ ਕੰਮ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੋਇਆ। ਤੇ ਦੂਜਾ ਜਿਹੜਾ ਟੀਚਰ ਹੁੰਦਾ ਉਹ ਵੀ ਉੱਤੇ ਮੋਹਰ ਲਾਉਂਦਾ ਵੀ ਹਾਂ ਬਿਲਕੁਲ ਠੀਕ ਹੈ ਰਿਹਾ ਜੀ, ਇਸ ਤੋਂ ਅੱਗੇ ਤਾਂ ਕੁਛ ਹੈ ਨਹੀਂ, ਇਸ ਤੋਂ ਅੱਗੇ ਦੁਨੀਆ ਖਤਮ ਹੈ। ਪਰ ਸਾਡੇ ਵਰਗਾ ਨਲਾਇਕ ਜਾਂ ਸਟੂਡੈਂਟ ਕੋਈ ਕਈ ਵਾਰੀ ਉੱਠ ਕੇ ਖੜਾ ਹੋ ਜਾਂਦਾ ਤੇ ਉਹ ਸਬੂਤ ਚੱਕ ਲਿਆਉਂਦਾ ਕਿ ਮਾਸਟਰ ਜਿਹੜੀ ਤੁਸੀਂ ਗੱਲ ਕਹਿੰਦੇ ਨਾ, ਇਹ ਤੋਂ ਵੀ ਅੱਗੇ ਦੁਨੀਆ ਹੈਗੀ ਆ, ਮੈਂ ਆਹ ਦੇਖਿਆ, ਆਹ ਚੱਕੋ ਸਬੂਤ। ਏਦਾਂ ਦੇ ਹਾਲਾਤ ਚੰਦਰਯਾਨ 1 ਨੇ ਦਿਖਾਤੇ ਸੀਗੇ, ਜਿਸ ਵਕਤ ਰਸ਼ੀਆ ਤੇ ਅਮਰੀਕਾ ਕਹਿ ਚੁੱਕੇ ਸੀ, ਨਾਸਾ ਵੀ ਕਹਿ ਚੁੱਕਾ ਸੀ ਕਿ ਜੀ ਪਾਣੀ ਹੈ ਨਹੀਂਗਾ ਚੰਦਰ ਦੇ ਉੱਤੇ, ਤੇ ਰਸ਼ੀਆ ਵੀ ਕਹਿੰਦਾ ਜੀ ਸਾਡੇ ਕਿਸੇ ਕੰਮ ਦੀ ਚੀਜ਼ ਤਾਂ ਹੈ ਨਹੀਂ, ਚੰਦਰ ਦੇ ਉੱਤੇ ਕੱਖ ਨਹੀਂਗਾ, ਤੇ ਐਵੇਂ ਰੌਲਾ ਰੱਪਾ ਆ, ਅਸੀਂ ਐਵੇਂ ਲਾਤਾ। ਫਿਰ ਪਤਾ ਨਹੀਂ ਕਿਉਂ ਹੁਣੀ ਆਈ, ਜਦੋਂ ਚੰਦਰਯਾਨ 2 ਫੇਲ ਹੋਇਆ ਤੇ ਬੜੇ ਇਹਨਾਂ ਨੇ ਮਜ਼ੇ ਲਏ, ਬੜੀਆਂ ਗੱਲਾਂ ਕੀਤੀਆਂ, ਹਾਲਾਂਕਿ ਉਹ ਪੂਰੀ ਤਰ੍ਹਾਂ ਫੇਲ ਪ੍ਰੋਜੈਕਟ ਨਹੀਂ ਸੀ ਕਿਹਾ ਜਾ ਸਕਦਾ। ਹੁਣ ਚੰਦਰਯਾਨ 3 ਜਿਹੜਾ, ਇਹਨੇ ਤਾਂ ਸਿਰੇ ਲਾਤਾ। ਕਹਿੰਦੇ ਉਹ ਜਿਹੜੀ ਰੱਖੜੀ ਵਾਲੀ ਚਿੱਠੀ ਹੈ ਨਾ, ਉਹ ਹੁਣ ਮਾਮੇ ਕੋਲ ਸਹੀ ਅਰਥਾਂ 'ਚ ਪਹੁੰਚ ਗਈ ਆ। ਤੇ ਇਹ ਅਖਾਣ ਜਿਹੜਾ ਪੰਜਾਬੀਆਂ ਦਾ, ਭਾਰਤੀਆਂ ਦਾ ਸੱਚ ਸਾਬਤ ਹੋ ਗਿਆ। ਤੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੀ ਕਹਿ ਰਹੇ ਸੀਗੇ ਕਿ ਹੁਣ ਭਾਈ ਚੰਦਾ ਮਾਮਾ ਦੂਰ ਕੇ ਨਹੀਂ ਕਿਹਾ ਜਾਊਗਾ, ਹੁਣ ਕਿਹਾ ਜਾਊਗਾ ਚੰਦਰ ਮਾਮਾ ਟੂਰ ਕੇ। ਤੇ ਬਸ ਇੱਕ ਟੂਰ ਕਰਨਾ, ਬਸ ਆ ਗਏ ਤੇ ਆਏ ਮਾਮੇ ਨੂੰ ਮਿਲ ਕੇ। ਕਿਵੇਂ ਦੇਖਦੇ ਹੋ ਕੱਲ ਦੀ ਪ੍ਰਾਪਤੀ ਨੂੰ, ਕੰਵਰ ਮੰਜ਼ਲ ਜੀ? ਸੰਧੂ ਸਾਹਿਬ, ਇਹ ਦੇਸ਼ ਵਾਸਤੇ ਇੱਕ ਬੜਾ ਗੌਰਵਮਈ ਪਲ ਹੈ, ਔਰ ਇਸ ਘਟਨਾਕ੍ਰਮ ਨੇ ਦੇਸ਼ ਦਾ ਸਿਰ ਪੂਰੇ ਵਰਲਡ 'ਚ ਉੱਚਾ ਕਰ ਦਿੱਤਾ। ਇੱਕ ਚੀਜ਼ ਬਿਲਕੁਲ ਕਲੀਅਰ ਕਰ ਦਿੱਤੀ ਆ ਕਿ ਇਸ ਦੁਨੀਆ ਦਾ ਵਿਸ਼ਵ ਗੁਰੂ ਜਿਹੜਾ ਆ ਉਹ ਹਿੰਦੁਸਤਾਨ ਹੀ ਆ। ਰੂਸ, ਚੀਨ ਤੇ ਅਮਰੀਕਾ ਵਰਗੇ ਜਿਹੜੇ ਆਪਣੇ ਆਪ ਨੂੰ ਨਾਡੂ ਖਾਂ ਸਮਝਣ ਵਾਲੇ ਮੁਲਕ ਸੀਗੇ, ਅੱਜ ਉਹਨਾਂ ਦੇ ਹੋ ਜਿਹੜੇ ਉਹ ਦੇਖਣ ਵਾਲੇ ਨੇ ਵੀ ਇਹ, ਉਹ ਸਮਝਦੇ ਵੀ ਇਹ ਪੋਸੀਬਲ ਹੀ ਨਹੀਂ ਹੋ ਸਕਦਾ, ਜਿਹਨੂੰ ਹਿੰਦੁਸਤਾਨ ਨੇ ਪ੍ਰੈਕਟੀਕਲੀ ਕਰਕੇ ਦਿਖਾ ਦਿੱਤਾ। ਔਰ ਇਹ ਵਿਸ਼ਵ ਦੇ ਵਿੱਚ ਅੱਜ ਚਰਚਾ ਦਾ ਵਿਸ਼ੇ ਹੈ ਚੰਦਰਯਾਨ 3 ਦਾ, ਚੰਦਰਮਾ ਦੇ ਪਹੁੰਚਣਾ। ਮੈਂ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਰੱਖੜੀ ਦਾ ਪਾਵਨ ਤਿਉਹਾਰ ਜਿਹੜਾ ਵਾ ਉਹ ਥੋੜੇ ਦਿਨਾਂ 'ਚ ਆਉਣ ਵਾਲਾ ਵਾ, ਤੇ ਭਾਰਤ ਮਾਂ ਦੇ ਸਪੂਤ ਜਿਹੜੇ ਇਸਰੋ ਦੇ ਸਾਡੇ ਵਿਗਿਆਨਕ ਨੇ, ਉਹਨਾਂ ਦੇ ਥਰੂ ਸਾਡੇ ਚੰਦਾ ਮਾਮੋ ਗਏ। ਸਾਡੇ ਛੋਟੇ ਹੁੰਦਿਆਂ ਕਹਾਵਤ ਸੁਣਦੇ ਸੀ, ਚੰਦਾ ਮਾਮਾ ਦੂਰ ਕੇ ਪੂਏ ਪਕਾਏ ਖੀਰ ਕੇ, ਇਸ ਤਰ੍ਹਾਂ ਕਰਕੇ ਇੱਕ ਬੜਾ ਵਧੀਆ ਅਸੀਂ ਪੋਇਮ ਸੁਣਦੇ ਰਹੇ ਆ ਬਚਪਨ ਦੇ ਵਿੱਚ। ਉਹ ਅੱਜ ਉਹਨੂੰ ਹਕੀਕਤ ਜਾਮਾ ਜਿਹੜਾ ਪਹਿਨਾ ਦਿੱਤਾ ਵਾ। ਸਾਡੇ ਦੇਸ਼ ਦੇ ਯਸ਼ਸਵੀ ਪ੍ਰਧਾਨ ਮੰਤਰੀ ਜੀ ਦੀ ਅਗਵਾਈ ਦੇ ਵਿੱਚ ਇਹ ਵਡਿਆਈ ਜਿਹੜੀ ਆ ਅੱਜ ਹਿੰਦੁਸਤਾਨ ਦੇ ਹਿੱਸੇ 'ਚ ਆਈ ਆ। ਔਰ ਮੈਂ ਇਸ ਗੱਲ ਨੂੰ, ਇਸ ਗੌਰਵਮਈ ਪਲ ਨੂੰ ਇੰਨੀ ਕੁ ਖੁਸ਼ੀ ਨਾਲ ਮਹਿਸੂਸ ਕਰ ਪਾ ਰਿਹਾ ਵਾਂ ਕਿ ਮੇਰਾ ਸੀਨਾ ਚੌੜਾ ਹੋ ਰਿਹਾ ਵਾ ਕਿ ਮੈਂ ਅੱਜ ਹਿੰਦੁਸਤਾਨ ਦਾ ਵਾਸੀ ਹੋਣ 'ਚ ਗਰਵ ਮਹਿਸੂਸ ਕਰ ਰਿਹਾ ਕਿ ਜੋ ਸਾਰਾ ਵਿਸ਼ਵ ਨਹੀਂ ਕਰ ਪਾਇਆ, ਉਹਨੂੰ ਹਿੰਦੁਸਤਾਨ ਨੇ ਸੰਭਵ ਕਰਕੇ ਦਿਖਾ ਦਿੱਤਾ ਹੈ। ਇਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ। ਹਰ ਹਿੰਦੁਸਤਾਨੀ ਨੂੰ ਅੱਜ ਦੇ ਇਸ ਦਿਨ ਦੇ ਉੱਤੇ ਬੜਾ ਫਖਰ ਹੈ, ਔਰ ਇਹ ਵਾਕਈ ਫਖਰ ਕਰਨ ਵਾਲੀ ਗੱਲ ਵੀ ਆ। ਸਾਡੇ ਇਸਰੋ ਦੇ ਵਿਗਿਆਨਕਾਂ ਨੇ ਦਿਨ ਰਾਤ ਮਿਹਨਤ ਕੀਤੀ। ਮੈਂ ਅੱਜ ਨਿਊਜ਼ ਪੜ੍ਹ ਰਿਹਾ ਸੀ, ਉਹਦੇ 'ਚ ਕਹਿ ਰਹੇ ਸੀ ਕਿ
ਵਿਗਿਆਨਕਾਂ ਨੇ ਪ੍ਰੋਟੋਕੋਲ ਤੋੜ ਦਿੱਤਾ। ਤੇ ਜਦੋਂ ਐਡੀ ਵੱਡੀ ਕਾਮਯਾਬੀ ਮਿਲਦੀ ਹੈ, ਫਿਰ ਪ੍ਰੋਟੋਕੋਲ ਨਾਂ ਦੀਆਂ ਚਿੜੀਆਂ ਜਿਹੜੀਆਂ ਨੇ ਉਹ ਕਿਤੇ ਗਾਇਬ ਹੀ ਹੋ ਜਾਂਦੀਆਂ ਨੇ। ਉਹ ਕਹਿ ਰਹੇ ਸੀ ਕਿ ਕ੍ਰਿਕਟ ਦੇ ਮੈਚ ਦੀ ਤਰ੍ਹਾਂ ਉੱਥੇ ਸੀਟੀਆਂ ਔਰ ਤਾੜੀਆਂ ਮਾਰ ਕੇ ਵਿਗਿਆਨਿਕ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਸੀ। ਔਰ ਵਾਕਈ ਉਹ ਮੂਵਮੈਂਟ ਹੀ ਐਸੀ ਸੀ ਕਿ ਕੱਲੇ ਹਿੰਦੁਸਤਾਨੀ ਦੀ ਧੜਕਣ ਜਿਹੜੀ ਆ ਉਹ ਤਾਂ ਹੋ ਰਹੀ ਸੀ ਜਦੋਂ ਚੰਦਰਯਾਨ 3 ਦੀ ਲੈਂਡਿੰਗ ਹੋਣ ਵਾਲੀ ਸੀਗੀ। ਔਰ ਸਮੇਂ ਤੋਂ 2 ਮਿੰਟ ਪਹਿਲਾਂ ਹੀ ਉੱਥੇ ਚੰਦਰਮਾ ਨੂੰ ਉਹਨੇ ਸ਼ੂ ਕਰਕੇ ਆਪਣੀ ਲੈਂਡਿੰਗ, ਸੌਫਟ ਲੈਂਡਿੰਗ ਕਰ ਦਿੱਤੀ, ਜਿਹੜੀ ਵਿਸ਼ਵ ਦੇ ਵਿੱਚ ਇੱਕ ਨਵੇਕਲਾ ਇਤਿਹਾਸ ਰਚ ਦਿੱਤਾ ਹਿੰਦੁਸਤਾਨ ਨੇ। ਔਰ ਦੁਨੀਆ ਦੀ ਪਹਿਲੀ ਕੰਟਰੀ ਹਿੰਦੁਸਤਾਨ ਬਣ ਗਿਆ ਜਿਹਨੇ ਇਹ ਕਾਰਨਾਮਾ ਕਰਕੇ ਦਿਖਾਇਆ ਹੈ। ਔਰ ਅੱਜ ਮੇਰਾ ਇਹ ਮੰਨਣਾ ਹੈ ਸੰਧੂ ਸਾਹਿਬ, ਪਹਿਲਾਂ ਜਿਹੜੇ ਜੰਗ ਯੁੱਧ ਸੀਗੇ ਉਹ ਮੈਨ ਟੂ ਮੈਨ ਜਾਂ ਤੋਪਾਂ, ਗੋਲੀਆਂ ਤੇ ਮਿਜ਼ਾਈਲਾਂ ਨਾਲ ਹੁੰਦੇ ਸੀ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜੰਗ ਦਾ ਜਾਂ ਯੁੱਧ ਦਾ ਜਿਹੜਾ ਨਜ਼ਰੀਆ ਰਹੇਗਾ ਉਹ ਰਹੇਗਾ ਅੰਤਰਿਕਸ਼। ਔਰ ਉਸ ਮਾਮਲੇ ਦੇ ਵਿੱਚ ਹਿੰਦੁਸਤਾਨ ਨੇ ਮੋਹਰੀ ਕਦਮ ਉਠਾਉਂਦਿਆਂ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਆਪਣਾ ਸਥਾਨ ਬਣਾ ਕੇ ਔਰ ਇਹ ਇੱਕ ਮਿਸਾਲ ਪੈਦਾ ਕਰ ਦਿੱਤੀ ਹੈ। ਔਰ ਵਾਕਈ ਹੀ ਅੱਜ ਅਮਰੀਕਾ, ਚਾਈਨਾ ਤੇ ਰਸ਼ੀਆ ਵਰਗੀਆਂ ਕੰਟਰੀਜ਼ ਦੇ ਹੱਕੇ ਬੱਕੇ ਵਿਗਿਆਨਕ ਰਹਿ ਗਏ ਨੇ ਵੀ ਇਹਨੂੰ ਉਹ ਪੋਸੀਬਲ ਹੀ ਨਹੀਂ ਸੀ ਮੰਨਦੇ। ਮੈਂ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਜਿਹੜੇ ਸਿਆਣੇ ਮਾਸਟਰ ਹੁੰਦੇ ਨੇ ਉਹ ਹਰ ਕਿਸੇ ਨੂੰ ਸਮਝਦੇ ਨੇ ਕਿ ਮੈਂ ਹੀ ਮੈਂ ਹੂੰ, ਤੁਮ ਕਿਆ ਹੋ। ਔਰ ਹਿੰਦੁਸਤਾਨ ਨੇ ਇਹ ਸਾਬਤ ਕਰ ਦਿੱਤਾ, ਹਮ ਹੀ ਹਮ ਤੋਂ ਕਿਆ ਹਮ ਹੈ, ਤੁਮ ਹੀ ਤੁਮ ਤੋਂ ਕਿਆ ਤੁਮ ਹੋ। ਔਰ ਹਿੰਦੁਸਤਾਨ ਇੱਕ ਸ਼ਕਤੀ ਦੇ ਰੂਪ ਚ ਉੱਭਰ ਕੇ ਸਾਹਮਣੇ ਆਇਆ। ਔਰ ਸਾਡੇ ਕੱਲੇ ਹਿੰਦੁਸਤਾਨੀ ਵਾਸਤੇ ਇੱਕ ਪ੍ਰਾਊਡ ਦੀ ਮੂਵਮੈਂਟ ਹੈ, ਬਹੁਤ ਫਖਰ ਮਹਿਸੂਸ ਹੋ ਰਿਹਾ। ਔਰ ਇਸਰੋ ਦੇ ਵਿਗਿਆਨਕਾਂ ਨੂੰ ਕੋਟਨ ਕੋਟ ਪ੍ਰਣਾਮ ਹੈ। ਔਰ ਉਮੀਦ ਕਰਦੇ ਹਾਂ ਕਿ ਉਹ ਆਉਣ ਵਾਲੇ ਸਮੇਂ 'ਚ ਇਸ ਤੋਂ ਵੀ ਵਧੀਆ ਕਾਰਗੁਜ਼ਾਰੀਆਂ ਕਰਕੇ ਹਿੰਦੁਸਤਾਨ ਦਾ ਸਿਰ ਜਿਹੜਾ ਹੈ ਉੱਚਾ ਕਰਨਗੇ। ਅੱਜ ਕੱਲਾ ਹਿੰਦੁਸਤਾਨੀ ਗਰਵ ਮਹਿਸੂਸ ਕਰ ਰਿਹਾ। 140 ਕਰੋੜ ਹਿੰਦੁਸਤਾਨੀਆਂ ਵਾਸਤੇ ਇਹ ਅੱਜ ਫਖਰ ਦੀ ਗੱਲ ਹੈ। ਏਡੀ ਵੱਡੀ ਮੂਵਮੈਂਟ ਨੂੰ ਅਸੀਂ ਜਿੱਤਿਆ ਵਾ। ਔਰ ਮੈਂ ਬਹੁਤ ਮੁਬਾਰਕਬਾਦ ਸਾਰੇ ਸਰੋਤਿਆਂ ਨੂੰ ਮੁਬਾਰਕਬਾਦ ਦਿੰਦਾ ਔਰ ਤੁਹਾਡਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਦੀ ਇਹ ਚਰਚਾ ਇਸ ਵਿਸ਼ੇ ਤੇ ਰੱਖੀ। ਬਹੁਤ ਮੁਬਾਰਕਬਾਦ ਜੀ। ਮਹਿੰਦਰੋ ਜੀ ਕਹਿੰਦੇ 40 ਦਿਨ ਲਾਤੇ ਚੰਦਰਯਾਨ ਨੇ। ਪਹਿਲਾਂ ਤਾਂ 21 ਵਾਰੀ ਤਾਂ ਉਹ ਧਰਤੀ ਦੇ ਗੇੜੇ ਲਾਉਂਦਾ ਰਿਹਾ, ਹੌਲੀ ਘੇਰਾ ਆਪਣਾ ਵਧਾਉਂਦਾ ਗਿਆ। ਫਿਰ ਜਦੋਂ ਕਹਿੰਦੇ ਚੰਦਰਮਾ ਵਾਲੇ ਪਾਸੇ ਨੂੰ ਉਹਨੂੰ ਛੱਡਿਆ ਤੇ ਫਿਰ 120 ਗੇੜੇ ਚੰਦਰਮਾ ਦੇ ਮਾਰ ਕੇ ਹੌਲੀ ਨੇੜੇ ਹੁੰਦਾ ਗਿਆ। 40 ਦਿਨ ਲਾਤੇ। ਜੇ ਸਿੱਧਾ ਜਾਂਦਾ ਉਹਦਾ ਸਫ਼ਰ ਸੀਗਾ 3,84,000 ਕਿਲੋਮੀਟਰ ਤੇ ਕਹਿੰਦੇ 55 ਲੱਖ ਕਿਲੋਮੀਟਰ ਦੀ ਦੂਰੀ ਤੈਅ ਕੀਤੀ ਹੈ। ਇਹ ਘੱਟੋ ਘੱਟ ਮੇਰਾ ਖਿਆਲ 15 ਕੁ ਗੁਣਾ ਜਿਹੜੀ ਹੈ ਉਹ ਦੂਰੀ ਬਣ ਜਾਂਦੀ ਹੈ। ਇੰਨੇ ਸਹਿਜਤਾ ਦੇ ਨਾਲ, ਇੰਨੇ ਧੀਰਜ ਦੇ ਨਾਲ, ਇੰਨੀ ਵਧੀਆ ਤਕਨੀਕ ਦੇ ਨਾਲ ਜਿਹੜਾ ਕੰਮ ਕਰਿਆ ਤੇ ਅੱਜ ਐ ਲੱਗਦਾ ਜਿਵੇਂ ਉਹ ਜਿਹੜੀ ਅਖਾਣ ਸਾਡੀ ਹੋਰ ਚੱਲਦੀ ਪਈ, ਸਹਿਜ ਪੱਕੇ ਸੋ ਬੀਠਾ ਹੋਏ। ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਕਾਰ ਹੁੰਦੀ ਨਜ਼ਰ ਜ਼ਰੂਰ ਆਈ ਆ। ਕਿਵੇਂ ਦੇਖਦੇ ਹੋ ਇਸ ਕਾਮਯਾਬੀ? ਸੰਧੂ ਸਾਹਿਬ, ਕੱਲ ਵੀ ਇਸ ਵਿਸ਼ੇ ਦੇ ਉੱਤੇ ਆਪਣੀ ਚਰਚਾ ਚੱਲ ਰਹੀ ਸੀ ਤੇ ਆਪਾਂ ਉਦੋਂ ਵੀ ਇਹ ਦੁਆ ਕਰ ਰਹੇ ਸੀ ਕਿ ਪੂਰੇ ਦੁਨੀਆ ਦੇ ਵਿੱਚ ਸਾਰੇ ਹਿੰਦੁਸਤਾਨੀ ਜਿਹੜੇ ਹੈ ਉਹ ਪਰਮਾਤਮਾ ਦੇ ਅੱਗੇ ਆਪਣੇ ਪੰਥ ਦੇ ਮੁਤਾਬਿਕ, ਆਪਣੇ ਸਮਾਜ ਦੇ ਮੁਤਾਬਿਕ ਦੁਆ ਕਰ ਰਹੇ ਨੇ, ਪ੍ਰਾਰਥਨਾ ਕਰ ਰਹੇ ਨੇ, ਬੇਨਤੀ ਕਰ ਰਹੇ ਨੇ। ਤੇ ਉਹ ਸਾਰੀਆਂ ਹਿੰਦੁਸਤਾਨੀਆਂ ਦੀਆਂ, ਹਰ ਸਮਾਜ ਦੇ ਵਿਅਕਤੀਆਂ ਦੀਆਂ ਜਿਹੜੀਆਂ ਦੁਆਵਾਂ ਆ ਉਹ ਪਰਮਾਤਮਾ ਨੇ ਕਬੂਲ ਕੀਤੀਆਂ। ਤੇ ਉਸ ਦੇ ਸਦਕਾ ਔਰ ਸਾਡੇ ਵਿਗਿਆਨਿਕਾਂ ਦੀ ਮਿਹਨਤ ਦੇ ਸਦਕਾ ਔਰ ਸਰਕਾਰ ਦੇ ਇੱਕ ਦ੍ਰਿੜ ਸੰਕਲਪ ਦੇ ਸਦਕਾ ਜਿਹੜਾ ਹੈ ਇਹ ਮਿਸ਼ਨ ਕਾਮਯਾਬ ਹੋਇਆ। ਇਸ ਮਿਸ਼ਨ ਨੇ ਵਿਸ਼ਵ ਗੁਰੂ ਹੋਣ ਦਾ ਜਿਹੜਾ ਭਾਰਤ ਦਾ ਸੰਕਲਪ ਹੈ ਉਸ ਨੂੰ ਪੱਕਾ ਕਰਦੇ ਹੋਏ ਦੱਸ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਅਗਰ ਕਿਸੇ ਤੋਂ ਬਿਲਕੁਲ ਅੱਗੇ ਨਹੀਂ ਹੋਏਗਾ ਤਾਂ ਕਿਸੇ ਤੋਂ ਪਿੱਛੇ ਵੀ ਨਹੀਂ ਹੋਏਗਾ। ਉਹ ਭਾਰਤ ਜਿਹੜਾ ਆ ਬਰਾਬਰ ਦੇ ਨਾਲ ਖੜਾ ਹੋ ਕੇ ਵਿਸ਼ਵ ਗੁਰੂ ਬਣਨ ਦੇ ਵਿੱਚ ਬਰਾਬਰ ਖੜਾ ਹੋਏਗਾ। ਕਿਉਂਕਿ ਜਿਹੜੀ ਗੱਲ ਤੁਸੀਂ ਕੀਤੀ ਕਿ ਐਡਾ ਲੰਬਾ ਸਫ਼ਰ ਤੈਅ ਕਰਕੇ ਇਹ ਸਾਡਾ ਚੰਦਰਯਾਨ 3 ਜਿਹੜਾ ਆ ਉਹ ਚੰਦਰਮਾ ਦੇ ਉੱਤੇ ਪਹੁੰਚਿਆ। ਇਹ ਪਿਛਲੇ ਜਿਹੜਾ ਪ੍ਰੋਜੈਕਟ ਸੀਗਾ ਚੰਦਰਯਾਨ 2, ਉਸ ਦੇ ਵਿੱਚ ਅਗਰ ਲਾਸਟ ਮੂਮੈਂਟ ਦੇ ਉੱਤੇ ਜਿਹੜੀ ਕਮੀ ਕੋਈ ਰਹਿ ਗਈ ਸੀ, ਉਸ ਕਮੀ ਨੂੰ ਦੇਖਦੇ ਹੋਏ ਵਿਗਿਆਨਿਕਾਂ ਦੀ ਐਡੀ ਵੱਡੀ ਟੀਮ ਨੇ, ਜਿਸ ਦੇ ਵਿੱਚ 2000 ਤੋਂ ਉੱਤੇ ਲੋਕਾਂ ਨੇ ਕੰਮ ਕੀਤਾ, ਉਸ ਟੀਮ ਨੇ ਇਸ ਦੇ ਉੱਤੇ ਫੈਸਲਾ ਲਿਆ ਕਿ ਇਸ ਨੂੰ ਕਿਸ ਤਰੀਕੇ ਨਾਲ ਇਸ ਦੀ ਸਟ੍ਰੈਟਜੀ ਬਣਾਈ ਜਾਏਗੀ। ਉਹ ਸਟ੍ਰੈਟਜੀ ਬਣਾ ਕੇ ਜਿਹੜਾ ਹੈ ਇਹ ਚੰਦਰਮਾ ਦੇ ਉੱਤੇ ਕੱਲ ਜਿਹੜਾ ਆ ਆਪਣੇ ਨਿਰਧਾਰਿਤ ਸਮੇਂ ਦੇ ਮੁਤਾਬਿਕ ਪਹੁੰਚ ਗਿਆ। ਤੁਸੀਂ ਦੇਖੋ
ਕਿ ਹਿੰਦੁਸਤਾਨ ਦੀ ਟੈਕਨੋਲੋਜੀ ਕਿੱਡੀ ਵੱਡੀ ਹੈ ਕਿ ਇੱਥੋਂ ਲੱਖਾਂ ਮੀਲ ਦੂਰ ਚੰਦਰਮਾ ਦਾ ਇੱਕ ਸੈਕਿੰਡ ਦਾ ਟਾਈਮ ਤੈਅ ਸੀ ਕਿ ਸਾਡੀ ਟੈਕਨੋਲੋਜੀ ਇੰਨੇ ਵਧੀਆ ਤਰੀਕੇ ਦੇ ਨਾਲ ਜਾਏਗੀ ਔਰ ਇਸ ਤਰੀਕੇ ਨਾਲ ਇੰਨੇ ਸਮੇਂ ਦੇ ਉੱਤੇ ਪਹੁੰਚੇਗੀ। ਔਰ ਉਹੀ ਚੀਜ਼ ਜਿਹੜੀ ਆ ਇੱਕ ਮਾਨਵ ਰਹਿਤ ਯੰਤਰ ਨੇ ਵੀ ਕਰਕੇ ਦਿਖਾਇਆ ਤੇ ਇਸ ਤੋਂ ਵੱਡੀ ਟੈਕਨੋਲੋਜੀ ਜਿਹੜੀ ਹੈ ਮੈਂ ਸਮਝਦਾ ਕਿ ਕੋਈ ਨਹੀਂ ਹੋ ਸਕਦੀ। ਸੋ ਸਾਡੇ ਜਿਹੜੇ ਵਿਗਿਆਨਿਕਾਂ ਦੀ ਟੀਮ ਹੈ ਇਹ ਵਧਾਈ ਦੇ ਪਾਤਰ ਨੇ ਔਰ ਸਾਰੇ ਹਿੰਦੁਸਤਾਨ ਲਈ। ਕੱਲ ਅਸੀਂ ਖੁਦ ਦੇਖਿਆ ਕਿ ਜਿੱਥੇ ਇਹ ਪ੍ਰੋਜੈਕਟ ਸੀ ਕੰਟਰੋਲ ਰੂਮ ਦੇ ਵਿੱਚ, ਸਿਰਫ ਉੱਥੇ ਹੀ ਤਾਲੀਆਂ ਦੀ ਗੁਰਗਰਾਹਟ ਨਹੀਂ ਸੀ, ਅਸੀਂ ਬਹੁਤ ਜਗ੍ਹਾ ਦੇ ਉੱਤੇ ਦੇਖਿਆ ਜਿੱਥੇ ਲੋਕ ਤੁਹਾਡੇ ਸਾਡੇ ਵਾਂਗੂ ਦਰਸ਼ਕ ਟੀਵੀ ਤੇ ਬੈਠ ਕੇ ਪ੍ਰੋਗਰਾਮ ਦੇਖ ਰਹੇ ਸੀ ਔਰ ਉਹਨਾਂ ਦੀਆਂ ਦਿਲਾਂ ਦੀਆਂ ਧੜਕਣਾਂ ਬਿਲਕੁਲ ਜ਼ਿੰਦਗੀ ਔਰ ਮੌਤ ਦੇ ਵਿਚਕਾਰ ਖੜੀ ਮੌਕੇ ਦੇ ਮੁਤਾਬਿਕ ਸੀ। ਔਰ ਜਦੋਂ ਉਹ ਇਹ ਕਾਮਯਾਬੀ ਹਾਸਲ ਕੀਤੀ ਤਾਂ ਕਿਸੇ ਦੇ ਵੀ ਖੁਸ਼ੀ ਦਾ ਕੋਈ ਅੰਤ ਨਹੀਂ ਸੀ। ਉਹ ਬਹੁਤ ਹੀ ਖੁਸ਼ੀ ਦਾ ਪਲ ਸੀ ਔਰ ਉਸ ਪਲ ਨੂੰ ਕੱਲ ਜਿਨ੍ਹਾਂ ਨੇ ਵੀ ਦੇਖਿਆ ਇਹ ਇੱਕ ਇਤਿਹਾਸ ਦੇ ਵਿੱਚ ਜਿਹੜਾ ਦਿਨ ਹੈ ਉਹ ਉਹਨਾਂ ਦਾ ਵੀ ਲਿਖਿਆ ਗਿਆ। ਜਦੋਂ ਤੱਕ ਉਹ ਲੋਕ ਰਹਿਣਗੇ ਤਾਂ ਇਹ ਇਤਿਹਾਸ ਦੀ ਗੱਲ ਹੁੰਦੀ ਰਹੇਗੀ। ਔਰ ਇਸ ਦੇ ਨਾਲ ਤੁਸੀਂ ਦੇਖਿਆ ਪਿਛਲੇ ਦਿਨਾਂ 'ਚ ਤੇਜ਼ੀ ਦਿਖਾਉਣ ਦੇ ਲਈ ਰਸ਼ੀਆ ਨੇ ਜਿਹੜਾ ਇੱਕ ਸਿੱਧਾ ਕੋਸ਼ਿਸ਼ ਕੀਤੀ ਸੀ ਕਿ ਹਿੰਦੁਸਤਾਨ ਦੇ ਲਾਂਚਿੰਗ ਟਾਈਮ ਤੋਂ ਬਾਅਦ ਉਹਨਾਂ ਨੇ ਲਾਂਚ ਕੀਤਾ ਔਰ ਹਿੰਦੁਸਤਾਨ ਦੇ ਪਹੁੰਚਣ ਦੇ ਟਾਈਮ ਤੋਂ ਪਹਿਲਾਂ ਉਹਨਾਂ ਨੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਔਰ ਲਾਸਟ ਮੋਮੈਂਟ ਤੇ ਜਾ ਕੇ ਉਹਨਾਂ ਦਾ ਜਿਹੜਾ ਯੰਤਰ ਹੈ ਉਹ ਕ੍ਰੈਸ਼ ਹੋ ਗਿਆ। ਔਰ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਅਸੀਂ ਪਹਿਲੇ ਵਾਂਗ ਹਿੰਦੁਸਤਾਨ ਤੋਂ ਅੱਗੇ ਜਿਹੜੇ ਵੱਧ ਕੇ ਅਸੀਂ ਜਿਹੜਾ ਆ ਦਿਖਾਵਾਂਗੇ, ਲੇਕਿਨ ਉਹ ਰਹਿ ਗਏ। ਉਸ ਪਰਮਾਤਮਾ ਨੂੰ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਮਨਜ਼ੂਰ ਹੈ ਔਰ ਉਸ ਦੀ ਰਹਿਮਤ ਦੇ ਸਦਕਾ ਜਿਹੜਾ ਹਿੰਦੁਸਤਾਨ ਇਸ ਚੰਦਰਮਾ ਦੇ ਇਸ ਖੇਤਰ ਦੇ ਵਿੱਚ ਪਹੁੰਚਣ ਵਾਲਾ ਪਹਿਲਾ ਭਾਰਤੀ ਯੰਤਰ ਜਿਹੜਾ ਬਣਿਆ ਹੈ। ਤੇ ਇਹ ਦੁਨੀਆ ਦੇ ਵਿੱਚ ਅਮਰੀਕਾ, ਰਸ਼ੀਆ ਔਰ ਵੱਡੇ ਜਿਹੜੇ ਦੇਸ਼ ਹੈ ਜਿਨ੍ਹਾਂ ਦੇ ਵਿੱਚ ਚੀਨ ਵੀ, ਤੇ ਇਹਨਾਂ ਨੂੰ ਉਹਨਾਂ ਨੇ ਦਿਖਾਤਾ ਸਾਡੇ ਹਿੰਦੁਸਤਾਨ ਦੇ ਵਿਗਿਆਨਿਕਾਂ ਨੇ ਕਿ ਹੁਣ ਹਿੰਦੁਸਤਾਨ ਦੇ ਵਿੱਚ ਕਿਸੇ ਵੀ ਚੀਜ਼ ਦੀ, ਕਿਸੇ ਤਕਨੀਕ ਦੀ, ਕਿਸੇ ਮਿਹਨਤ ਦੀ ਕਮੀ ਨਹੀਂ ਹੈ। ਸੋ ਇਸ ਦੇ ਆਉਣ ਵਾਲੇ ਸਮੇਂ 'ਚ ਵਿਗਿਆਨਿਕਾਂ ਨੂੰ ਵੀ ਤੇ ਹਿੰਦੁਸਤਾਨ ਦੇ ਇੱਕ ਛੋਟੇ ਪੱਧਰ ਦੇ ਲੋਕਾਂ ਨੂੰ ਵੀ ਹਰ ਪੱਧਰ ਦੇ ਉੱਤੇ, ਜ਼ਮੀਨੀ ਸਤਰ ਦੇ ਉੱਤੇ ਇਹਨਾਂ ਚੀਜ਼ਾਂ ਦਾ ਬਹੁਤ ਫਾਇਦਾ ਹੋਣ ਵਾਲਾ ਹੈ। ਇਸ ਲਈ ਸਾਡੇ ਹਿੰਦੁਸਤਾਨ ਲਈ ਔਰ ਸਾਡੇ ਹਿੰਦੁਸਤਾਨੀਆਂ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਤੇ ਇਸ ਖੁਸ਼ੀ ਦੇ ਮੌਕੇ ਤੇ ਅਸੀਂ ਸਾਰੇ ਦੇਸ਼ ਵਾਸੀਆਂ ਨੂੰ, ਦੁਨੀਆ ਭਰ ਦੇ ਵਿੱਚ ਵਸਦੇ ਹੋਏ ਭਾਰਤੀਆਂ ਨੂੰ ਵਧਾਈ ਦਿੰਦੇ ਹਾਂ ਤੇ ਖੁਸ਼ੀ ਮਨਾਉਂਦੇ ਹਾਂ ਤੇ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੀ। ਕਮਲ ਮੰਜ਼ਰ ਜੀ, ਇੱਕ ਬੜੀ ਦਿਲਚਸਪ ਜਿਹੀ ਗੱਲ ਹੈ। ਜਿਵੇਂ ਆਪਾਂ ਕਹਿੰਦੇ ਹੁੰਦੇ ਆ, ਅਸੀਂ ਜਿਹੜੇ ਭਾਰਤੀ ਲੋਕ ਆ ਇਸ ਵਕਤ ਐਡੀ ਵੱਡੀ ਇਹ ਖੁਸ਼ੀ ਹੈ, ਐਡੀ ਵੱਡੀ ਪ੍ਰਾਪਤੀ ਹੈ ਕਿ ਸਾਨੂੰ ਵਿਸ਼ਵਾਸ ਜਿਹਾ ਨਹੀਂ ਹੋ ਰਿਹਾ। ਜਿਵੇਂ ਹੁਣ ਮਹਿੰਦਰੂ ਜੀ ਗੱਲ ਕਰ ਰਹੇ ਸੀ, ਗੱਲ ਕਰਦੇ ਕਰਦੇ ਵਿੱਚ ਵਿਚਾਲੇ ਕਹਿੰਦੇ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਇਸ ਤਰ੍ਹਾਂ ਲੱਗੇਗਾ ਜੇ ਭਾਰਤ ਕਿਸੇ ਤੋਂ ਅੱਗੇ ਨਹੀਂ ਤਾਂ ਭਾਰਤ ਪਿੱਛੇ ਵੀ ਨਹੀਂ। ਹਾਲੇ ਵੀ ਸਾਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਭਾਰਤ ਸੱਚਮੁੱਚ ਅੱਗੇ ਹੀ ਹੈ। ਆਉਣ ਵਾਲੇ ਸਮੇਂ 'ਚ ਭਾਰਤ ਕਿਸੇ ਤੋਂ ਪਿੱਛੇ ਨਹੀਂ ਰਹੇਗਾ। ਇਹ ਸਾਨੂੰ 100% ਜਿਹੜਾ ਵਿਸ਼ਵਾਸ ਕਰਨਾ ਹਾਲੇ ਮੁਸ਼ਕਲ ਜਾਪ ਰਿਹਾ। ਪਰ ਉਹ ਲੋਕ, ਅਸੀਂ ਤਾਂ ਸਾਰੇ ਪੋਜ਼ਿਟਿਵ ਲੋਕ ਆ, ਪੋਜ਼ਿਟਿਵਿਟੀ ਦੇ ਨਾਲ ਸਾਰੀ ਚੀਜ਼ਾਂ ਨੂੰ ਦੇਖਣ ਦੀ ਕੋਸ਼ਿਸ਼ ਹਮੇਸ਼ਾ ਲੱਗੇ ਰਹਿੰਦੇ ਆ। ਪਰ ਜਿਹੜੀ ਹੈ ਵਿਰੋਧੀ ਧਿਰਾਂ ਨੇ, ਜਿਹੜੇ ਲੋਕ ਕਦੇ ਚਾਹੁੰਦੇ ਨਹੀਂ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੋਈ ਚੰਗਾ ਕੰਮ ਜਿਹੜਾ ਦੇਸ਼ ਵਿੱਚ ਹੋ ਪਾਵੇ, ਖਾਸ ਤੌਰ ਤੇ ਵਿਰੋਧੀ ਧਿਰਾਂ, ਉਹਨਾਂ ਦਾ ਕੀ ਵਤੀਰਾ ਆ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਫਿਰ ਆਪਾਂ ਚੱਲਦੇ ਹਾਂ, ਫਿਰ ਮਹਿੰਦਰੂ ਜੀ ਕੋਲ ਜਾਣਾਂਗੇ ਕਿ ਵਿਦੇਸ਼ਾਂ ਦੀਆਂ ਜਿਹੜੀਆਂ ਏਜੰਸੀਆਂ ਨੇ ਉਹ ਕਿਵੇਂ ਦੇਖਦੀਆਂ ਨੇ। ਕਮਲ ਮੰਜ਼ਲ ਜੀ। ਸੰਧੂ ਸਾਹਿਬ, ਇੱਕ ਨਾ ਬੜੀ ਪੁਰਾਤਨ ਸਾਡੀ ਵਿਚਾਰਧਾਰਾ ਹੈ, ਕਹਿੰਦੇ ਜਦੋਂ ਹਾਥੀ ਲੰਘਦਾ ਤੇ ਗਲੀਆਂ ਦੇ ਕੁੱਤੇ ਭੌਂਕਦੇ ਨੇ ਤੇ ਕੁੱਤਿਆਂ ਦੇ ਭੌਂਕਣ ਨਾਲ ਹਾਥੀ ਦੀ ਚਾਲ ਨੂੰ ਕੋਈ ਫਰਕ ਨਹੀਂ ਪੈਂਦਾ। ਔਰ ਇਹ ਮੈਂ ਕਿਸੇ ਪਾਰਟੀਕੂਲਰ, ਕਿਸੇ ਵਿਸ਼ੇਸ਼ ਵਿਅਕਤੀਗਤ ਲਈ ਇਹ ਮੈਂ ਟਿੱਪਣੀ ਨਹੀਂ ਕਰ ਰਿਹਾ, ਇੱਕ ਉਦਾਹਰਨ ਹੈ ਸਾਡੇ ਦੇਸ਼ ਦੀ। ਤੇ ਮੇਰਾ ਉਹ ਮੰਨਣਾ ਵਾ ਵੀ ਸ਼੍ਰੀ ਨਰਿੰਦਰ ਮੋਦੀ ਜੀ ਆਪਣੀ ਹਾਥੀ ਵਾਲੀ ਚਾਲ ਚੱਲ ਰਹੇ ਨੇ ਔਰ ਉਹ ਆਪਣਾ ਗਤੀਪੂਰਵਕ ਆਪਣਾ ਕੰਮ ਕਰ ਰਹੇ ਨੇ, ਆਪਣੀ ਮਸਤੀ 'ਚ ਕੰਮ ਕਰ ਰਹੇ ਨੇ ਔਰ ਉਸ ਕੰਮ ਦੇ ਰਿਜ਼ਲਟ ਵੀ ਸਾਰਾ ਦੇਸ਼ ਦੇਖ ਰਿਹਾ। ਤੇ ਜਿਨ੍ਹਾਂ ਦਾ ਕੰਮ ਭੌਂਕਣ ਦਾ ਵਾ ਉਹਨਾਂ ਨੂੰ ਅਸੀਂ ਰੋਕ ਹੀ ਨਹੀਂ ਲਗਾ ਸਕਦੇ, ਕਿਉਂਕਿ ਉਹਨਾਂ ਦੀ ਜਿਹੜੀ ਪਾਲਣ ਪੋਸ਼ਣ ਹੀ ਭੌਂਕਣ ਵਾਸਤੇ ਹੋਇਆ। ਉਹਨਾਂ ਦਾ ਕੰਮ, ਉਹ ਆਪਣਾ ਕੰਮ ਪੂਰਾ ਇਮਾਨਦਾਰੀ ਨਾਲ ਕਰ ਰਹੇ ਨੇ। ਔਰ ਇਹਦੇ ਨਾਲ ਮੈਂ ਕੱਲ ਇੱਕ ਵਧਾਈ ਦੀ ਪੋਸਟ ਪਾਈ ਸੀ ਇਹਦੇ ਉੱਤੇ, ਤੇ ਉਹਦੇ ਵਿੱਚ ਕੁਝ ਮੇਰੇ ਬਹੁਤ ਹੀ ਸਤਿਕਾਰਯੋਗ ਵੀਰਾਂ ਨੇ ਨਾ
ਬੜੇ ਅਭੱਦਰ ਕਮੈਂਟ ਕੀਤੇ ਹੋਏ ਨੇ ਜੀ, ਜੇ ਕਰਤਾ ਜੀ ਉਹ ਜੀ ਫਲਾਣਾ ਜੀ, ਇਹਦਾ ਕੀ ਫਾਇਦਾ ਜੀ, ਉਹ ਕੀ ਜੀ, ਤੂੰ ਪੱਗ ਸਿਰ 'ਚ ਪੱਗ ਫਸਾਈ ਆ, ਪਤਾ ਨਹੀਂ ਕੀ ਕਈ ਕੁਝ ਇਦਾਂ ਦੇ ਝੂਠੇ ਸੱਚੇ ਜੀ ਉਹਨਾਂ ਨੇ ਕਮੈਂਟ ਕੀਤੇ ਸੀਗੇ। ਤੇ ਬਟ ਇਹ ਹਾਥੀ ਵਾਲੀ ਚਾਲ ਚੱਲਣ ਦੀ ਜ਼ਰੂਰਤ ਹੈ। ਕੁੱਤਿਆਂ ਦੇ ਭੌਂਕਣ ਦੇ ਨਾਲ ਹਾਥੀ ਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ। ਹਾਥੀ ਆਪਣੀ ਚਾਲ ਚੱਲ ਰਿਹਾ ਵਾ, ਔਰ ਦੇਸ਼ ਅੱਜ ਹਿੰਦੁਸਤਾਨ ਦਾ ਜਿਹੜਾ ਝੰਡਾ ਇਸ ਲੈਵਲ ਤੇ ਗੱਡਣ ਦੇ ਵਿੱਚ ਜਿਹੜਾ ਇੱਕ ਸ਼੍ਰੇ ਆ ਉਹ ਨਰਿੰਦਰ ਮੋਦੀ ਜੀ ਦੀ ਝੋਲੀ 'ਚ ਆਪਣੇ ਆਪ ਆ ਜਾਂਦਾ ਆ, ਕਿਉਂਕਿ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਇਹ ਸਾਨੂੰ ਸਫਲਤਾ ਪ੍ਰਾਪਤ ਹੋਈ ਆ। ਔਰ ਇਹ ਇਤਿਹਾਸ ਰਚਿਆ ਗਿਆ ਵਾ ਹਿੰਦੁਸਤਾਨ ਦੀ ਹਿਸਟਰੀ ਦੇ ਵਿੱਚ। ਜਦੋਂ ਵੀ ਇਸ ਚੰਦਰਯਾਨ 3 ਦਾ ਜ਼ਿਕਰ ਆਏਗਾ ਤੇ ਅਗਵਾਈ ਜਿਹੜੀ ਆ ਸ਼੍ਰੀ ਨਰਿੰਦਰ ਮੋਦੀ ਜੀ ਦੀ, ਸਾਡੇ ਇਸਰੋ ਦੇ ਵਿਗਿਆਨਕਾਂ ਦੀ ਮੰਨੀ ਜਾਏਗੀ। ਔਰ ਇਹਨਾਂ ਦੇ ਭੌਂਕਣ ਨਾਲ ਕੋਈ ਫਰਕ ਨਹੀਂ ਪੈਣਾ। ਔਰ ਹਿੰਦੁਸਤਾਨ ਆਪਣੀ, ਇਹ ਬਹੁਤ ਮੁੱਠੀ ਭਰ ਲੋਕ ਨੇ ਜਿਨ੍ਹਾਂ ਨੂੰ ਇਹ ਤਕਲੀਫ ਹੋ ਰਹੀ ਆ। 99% ਦੇਸ਼ ਜਿਹੜਾ ਆ ਉਹ ਅੱਜ ਖੁਸ਼ੀ ਦੀ ਲਹਿਰ ਦੇ ਵਿੱਚ ਆ। ਔਰ ਅਸੀਂ ਵਿਸ਼ਵ ਗੁਰੂ ਬਣਨ ਐਗਜ਼ਾਮਪਲ ਕਰਦੇ ਵੀ ਵਿਸ਼ਵ ਗੁਰੂ ਬਣਾਂਗੇ, ਪਰ ਅੱਜ ਦੀ ਇਸ ਹਰਕਤ ਤੋਂ ਬਾਅਦ ਅਸੀਂ ਵਿਸ਼ਵ ਗੁਰੂ ਬਣ ਚੁੱਕੇ ਆ। ਅੱਜ ਅਮਰੀਕਾ, ਰਸ਼ੀਆ, ਚਾਈਨਾ ਜਿਹੜੇ ਆਪਣੇ ਆਪ ਨੂੰ ਸੁਪਰ ਪਾਵਰਾਂ ਮੰਨਦੇ ਨੇ, ਉਹ ਮੈਂ ਕਹਿੰਦਾ ਦੰਦਾਂ ਥੱਲੇ ਜ਼ਬਾਨ ਦੱਬ ਕੇ ਬੈਠੇ ਹੋਏ ਨੇ ਵੀ ਬਣਿਆ ਕੀ, ਹੋ ਕੀ ਗਿਆ। ਉਹਨਾਂ ਨੂੰ ਇਹ ਚੀਜ਼ਾਂ ਹਜਮ ਨਹੀਂ ਹੋ ਰਹੀਆਂ। ਚਲੋ ਖੈਰ, ਵਧਾਈਆਂ ਦੇ ਸੰਦੇਸ਼ ਆਏ ਨੇ ਯੂਰਪ ਵੱਲੋਂ, ਲੰਡਨ, ਇੰਗਲੈਂਡ ਵੱਲੋਂ, ਸਾਰੇ ਰਸ਼ੀਆ ਵੱਲੋਂ, ਚਾਈਨਾ ਵੱਲੋਂ, ਅਮਰੀਕਾ ਵੱਲੋਂ, ਸਭ ਵੱਲੋਂ ਵਧਾਈ ਦੇ ਸੰਦੇਸ਼ ਆਏ ਨੇ, ਕਿਉਂਕਿ ਕਿਸੇ ਨੇ ਐਕਸੈਪਟ ਹੀ ਨਹੀਂ ਸੀ ਕੀਤਾ ਕਿ ਏਡੀ ਵੱਡੀ ਪ੍ਰਾਪਤੀ ਹਿੰਦੁਸਤਾਨ ਕਰ ਜਾਏਗਾ। ਬਟ ਇਹ ਅੱਜ ਇਤਿਹਾਸ ਰਚਿਆ ਜਾ ਚੁੱਕਾ ਵਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੱਡੇ ਕਾਰਨਾਮੇ ਇਸਰੋ ਕਰਕੇ ਦਿਖਾਏਗਾ। ਔਰ ਮੈਂ ਇਹ ਮਹਿਸੂਸ ਕਰਦਾ ਕਿ ਸਾਡੇ ਨਰਿੰਦਰ ਮੋਦੀ ਜੀ ਦੀ ਯੋਗ ਅਗਵਾਈ ਦੀ ਬਦੌਲਤ ਇਹ ਸਾਰਾ ਕੁਝ ਸਾਨੂੰ ਮਿਲਿਆ ਵਾ। ਔਰ ਪ੍ਰਮਾਤਮਾ ਉਹਨਾਂ ਨੂੰ ਲੰਬੀ ਉਮਰ ਬਖਸ਼ੇ ਔਰ ਇਸੇ ਤਰ੍ਹਾਂ ਹੀ ਹਿੰਦੁਸਤਾਨ ਦਾ ਨਾਮ ਉੱਚਾ ਕਰਦੇ ਰਹਿਣ। ਔਰ ਅਸੀਂ ਹਿੰਦੁਸਤਾਨੀ ਇਸ ਚੀਜ਼ ਦਾ ਗਰਵ ਮਹਿਸੂਸ ਕਰਦੇ ਰਹੀਏ। ਇਹ ਸਾਡੇ ਲਈ ਪ੍ਰਾਊਡ ਮੂਮੈਂਟ ਹੈ ਜੀ। ਮਹਿੰਦਰੋ ਜੀ, ਜਿਵੇਂ ਆਪਾਂ ਹੁਣੇ ਗੱਲ ਕਰ ਰਹੇ ਸੀ, ਕੱਲ ਤੁਸੀਂ ਦੱਸ ਰਹੇ ਸੀਗੇ ਕਿ ਲਾਈਵ ਦੇਖਣ ਲੱਗੇ ਹੋਏ ਸੀ ਅਸੀਂ ਲੋਕ। ਮੈਨੂੰ ਯਾਦ ਹੈ ਕੱਲ ਮੈਂ ਨਾਲ ਦੀ ਨਾਲ ਆਪਣੇ ਵਸੀਲਿਆਂ ਰਾਹੀਂ ਰਿਕਾਰਡਿੰਗ ਵੀ ਮਾਰ ਰਿਹਾ ਸੀ, ਕਿਉਂਕਿ ਲਾਈਵ ਜਿਹੜਾ ਚੱਲ ਰਿਹਾ ਸੀਗਾ ਸਿੱਧਾ ਇਸਰੋ ਦੀ ਅਫੀਸ਼ੀਅਲ ਵੈਬਸਾਈਟ ਤੇ ਮੈਂ ਦੇਖ ਰਿਹਾ ਸੀ। ਉਹਦੇ ਨਾਲ ਦੀ ਨਾਲ ਲਾਈਵ ਆਉਂਦਾ ਕਿ ਕਿੰਨੇ ਲੋਕ ਜਿਹੜੇ ਆ ਉਹਨੂੰ ਦੇਖਦੇ ਨੇ। ਮੈਂ ਪਹਿਲੇ ਹੈਰਾਨ ਸੀ ਕਿ ਲਾਈਵ ਹਲੇ ਸ਼ੁਰੂ ਹੋਣਾ ਸੀ ਤੇ 3 ਲੱਖ ਦੇ ਕਰੀਬ ਜਿਹੜੇ ਲੋਕ ਨੇ, 3 ਲੱਖ ਤੋਂ ਵੀ ਸ਼ਾਇਦ ਮੈਂ ਗਲਤੀ ਕਹਿ ਰਿਹਾ ਹੋਵਾਂ, ਬਾਅਦ ਵਿੱਚ 4 ਲੱਖ ਦੇ ਕਰੀਬ 3,85,000 ਸ਼ਾਇਦ, ਇੰਨੇ ਵੀ ਜਿਹੜੇ ਆ ਉਹ ਵੇਟ ਕਰਨ ਵਾਲੇ ਸੀ ਵੀ ਕਦੋਂ ਲਾਈਵ ਸ਼ੁਰੂ ਹੁੰਦਾ ਤੇ ਸਾਡੇ ਮੋਬਾਈਲਾਂ ਤੇ ਚੱਲਣਾ ਸ਼ੁਰੂ ਹੋ ਜਾਏ। ਤੇ ਗੱਲ ਜਿਹੜੀ ਵੱਧਦੀ ਲਾਈਵ ਦੇਖਣ ਵਾਲਿਆਂ ਦਾ ਜਿਹੜਾ ਅੰਕੜਾ ਸੀ ਉਹ 5 ਲੱਖ, 10 ਲੱਖ, 12 ਲੱਖ, 20 ਲੱਖ, 15, 25 ਲੱਖ, ਵਾਧਾ ਮੈਂ ਖੁਦ ਦੇਖਿਆ 72 ਲੱਖ ਤੱਕ ਲੋਕ ਜਿਹੜੇ ਨੇ ਉਹ ਲਾਈਵ ਜਿਹੜੇ ਆ ਟੈਲੀਕਾਸਟ ਦੇਖ ਰਹੇ ਸੀ। ਪਰ ਨਾਲ ਦੀ ਨਾਲ ਸਾਡਾ ਬੇਟਾ ਆ ਜਰਮਨ ਚ, ਉਹ ਨਾਲ ਦੀ ਨਾਲ ਕੋਸ਼ਿਸ਼ ਕਰ ਰਿਹਾ ਸੀ, ਖੁਸ਼ ਸੀਗਾ ਉਹ ਬਹੁਤ, ਪਰ ਨਾਲ ਕੋਸ਼ਿਸ਼ ਕਰ ਰਿਹਾ ਸੀ ਕਿ ਵਿਦੇਸ਼ੀ ਮੀਡੀਆ ਜਿਹੜਾ ਜਾਂ ਵਿਦੇਸ਼ੀ ਚੈਨਲ ਆ ਉਹ ਕਿਵੇਂ ਦੇਖਦੇ ਨੇ ਇਹਦੀ ਪ੍ਰਾਪਤੀ ਨੂੰ। ਤਾਂ ਉਹ ਹੈਰਾਨ ਸੀ, ਉਹ ਗੱਲ ਕਹਿ ਰਿਹਾ ਸੀ ਕਿ ਹੋਰ ਕਿਸੇ ਥਾਂ ਤੇ ਵਿਦੇਸ਼ਾਂ ਦੇ ਕਿਸੇ ਮੀਡੀਆ ਦੇ ਵਿੱਚ ਮੈਂ ਲਾਈਵ ਚੱਲਦਾ ਨਹੀਂ ਦੇਖਿਆ। ਤੇ ਮੈਂ ਉਹਨੂੰ ਦੱਸਿਆ ਕਿ ਬੇਟਾ ਇਹ ਭਾਰਤ ਦਾ ਜਿਹੜੀ ਪ੍ਰਾਪਤੀ ਆ, ਭਾਰਤ ਦੀ ਪ੍ਰਾਪਤੀ ਦੇ ਵਿੱਚ ਬਾਅਦ ਵਿੱਚ ਲੋਕੀ ਵਧਾਈਆਂ ਦੇਣ ਵਾਲੇ ਜ਼ਰੂਰ ਆਉਣਗੇ। ਜੇ ਆਪਾਂ ਸੋਚੀਏ ਕਿ ਭਾਰਤ ਨੂੰ ਅੱਗੇ ਵਧਦਾ ਹੋਇਆ ਸੰਸਾਰ ਜਿਹੜਾ ਉਹ ਵੈਸੇ ਖੁਸ਼ੀ ਦੇਖਣ ਲੱਗ ਜਾਏਗਾ, ਇਹ ਹਾਲੇ ਮੁਮਕਿਨ ਨਹੀਂ ਹੈ। ਹਾਲੇ ਲੋਕਾਂ ਨੂੰ ਵਿਸ਼ਵਾਸ ਹੀ ਨਹੀਂਗਾ, ਕਿਉਂਕਿ ਉਹ ਤਾਂ ਅੰਦਰੋਂ ਸੋਚਦੇ ਹੋਣੇ ਆ ਕਿ ਸ਼ਾਇਦ ਜੇ ਰਸ਼ੀਆ ਦਾ ਲੂਨਾ ਫੇਲ ਹੋ ਗਿਆ ਤੇ ਸ਼ਾਇਦ ਭਾਰਤ ਵਾਲਾ ਚੰਦਰਯਾਨ ਆ ਇਹ ਤਾਂ ਕਿਵੇਂ ਪਹੁੰਚ ਜਾਊਗਾ। ਤੇ ਹੁਣ ਗੱਲ ਕਰਦੇ ਆ ਆਪਾਂ ਉਹਨਾਂ ਦੀ ਜਿਹੜੇ ਸੁਨੇਹੇ ਆਏ ਆ। ਸਭ ਤੋਂ ਵੱਡੀ ਏਜੰਸੀ ਨਾਸਾ ਮੰਨੀ ਜਾਂਦੀ ਹੈ ਅਮਰੀਕਾ ਦੀ। ਅਮਰੀਕਾ ਨੇ ਕਿਹਾ ਕਿ ਅਸੀਂ ਇਸ ਮਿਸ਼ਨ ਦੇ ਸਹਿਭਾਗੀ ਬਣ ਕੇ ਖੁਸ਼ ਹਾਂ, ਕਿਉਂਕਿ ਇਸ ਮਿਸ਼ਨ ਦੇ ਵਿੱਚ ਨਾਸਾ ਨੇ ਆਪਣੀ ਕੋਈ ਟੈਕਨੀਕਲ ਕੋਈ ਚੀਜ਼ਾਂ ਜਿਹੜੀਆਂ ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਸਪੋਰਟ ਉਹਦੀ ਲਈ ਹੈ, ਕਿਉਂਕਿ ਹਿੱਸੇਦਾਰ ਨੇ, ਭਾਗੀਦਾਰ ਨੇ ਸੰਸਾਰ ਦੇ ਅੱਗੇ ਵਧਣ ਦੇ ਅਮਰੀਕਾ ਦੁਨੀਆ। ਫਿਰ ਇਸ ਤੋਂ ਬਾਅਦ ਰਸ਼ੀਆ ਦੀ ਜਿਹੜੀ ਸਪੇਸ ਏਜੰਸੀ ਹੈ ਉਹਨੇ ਵੀ ਕਿਹਾ ਕਿ ਪੂਰੀ ਮਨੁੱਖ ਜਾਤੀ ਵਾਸਤੇ ਇਹ ਬਹੁਤ ਮਹੱਤਵਪੂਰਨ ਹੈ। ਤੇ ਤੀਜੀ ਗੱਲ, ਇਹਦੇ ਨਾਲ ਹੀ ਆਪਾਂ ਯੂਰਪ ਦੀ ਜਿਹੜੀ ਹੈ ਅੰਤਰਿਕਸ਼ ਏਜੰਸੀ ਹੈ ਉਹਨੇ ਵੀ ਇਹ ਗੱਲ ਕਹੀ ਹੈ ਵੀ ਇਹ ਅਤੁਲ ਨਹੀਂ ਆਇਆ, ਕਿ ਇਹਦਾ ਕੋਈ ਮੁਕਾਬਲਾ ਨਹੀਂ ਹੈ। ਇਹਨੇ ਸਾਨੂੰ ਕਹਿੰਦੇ ਇੱਕ ਬਹੁਤ ਵੱਡੀ ਸਾਨੂੰ ਜਿਹੜੀ ਸਿੱਖਿਆ ਦਿੱਤੀ ਆ ਸੰਸਾਰ ਦੀ, ਕਿ ਉਹ ਕਿਵੇਂ ਜਿਹੜਾ ਅੱਗੇ ਵਧਣਾ ਚਾਹੀਦਾ, ਜਿਹਦੀ ਆਪਾਂ ਗੱਲ ਕਰਦੇ ਆ ਕਿ ਕੱਚੂ ਕੁੰਮੇ ਵਾਲੀ ਚਾਲ, ਸਹਿਜ ਪੱਕੇ ਸੋ ਮੀਠਾ ਵਾਲੀ ਜਿਹੜੀ ਗੱਲ। ਤੇ ਇਹਨਾਂ ਨੇ ਜਿਹੜੀ ਯੂਕੇ ਦੀ ਸਪੇਸ ਏਜੰਸੀ ਹੈ ਉਹ ਵੀ ਇਸ ਤੋਂ ਪਿੱਛੇ ਨਹੀਂ ਰਹੀ। ਉਹਨਾਂ ਨੇ ਕਿਹਾ ਕਿ ਇਹਦੇ ਨਾਲ ਜਿਹੜੀਆਂ ਸੰਭਾਵਨਾਵਾਂ ਦੇ ਜਿਹੜੇ ਬੂਹੇ ਆ ਉਹ ਸਾਡੇ
ਵਾਸਤੇ ਬਹੁਤ ਆਉਣ ਵਾਲੇ ਸਮੇਂ 'ਚ ਖੁੱਲ ਗਏ। ਤੇ ਹੁਣ ਆਪਾਂ ਗੱਲ ਕਰੀਏ ਮੀਡੀਆ ਦੀ ਗੱਲ, ਕਹਿੰਦੇ ਵਰਲਡ ਮੀਡੀਆ ਜਿਹੜਾ ਭਾਰਤ ਕਹਿੰਦਾ ਉਹਦੇ ਵਾਸਤੇ ਜਿਹੜਾ ਵੱਡੇ ਵੱਡੇ ਨਿਊਯਾਰਕ ਟਾਈਮਜ਼ ਜਿਹੜੀ ਹੈ ਉਹਨੇ ਵੀ ਇਹਨੂੰ ਪਹਿਲੇ ਨੰਬਰ ਤੇ ਕਰਾਰ ਦਿੱਤਾ। ਚੰਦਰਮਾ ਦੇ ਭਾਰਤ ਕਹਿੰਦੇ ਪਹਿਲੇ ਨੰਬਰ ਤੇ ਆ। ਲੈਂਡਰ ਦੀ ਸਫਲਤਾ ਨੇ ਦੇਸ਼ ਦੇ ਅਗਲੇ ਕਹਿੰਦੇ ਜਿਹੜਾ ਪੁਲਾੜ ਦਾ ਅਧਿਆਇ ਆ ਉਹਨੂੰ ਕਹਿੰਦਾ ਉਹਦੇ ਵੱਲੋਂ ਜਿਹੜਾ ਅੱਗੇ ਵਧਾਇਆ, ਉਹਨੇ ਅੱਗੇ ਤੋਰਿਆ। ਤਾਂ ਗਾਰਡੀਅਨ ਜਿਹੜਾ ਅਖਬਾਰ ਜਿਹੜੀ ਹੈ ਤੇ ਡੇਲੀ ਮੇਲ UK ਜਿਹੜੀ ਅਖਬਾਰ ਹੈ ਉਹਨਾਂ ਨੇ ਵੀ ਇਸ ਤਰ੍ਹਾਂ ਦੇ ਕਮੈਂਟ ਜਿਹੜੇ ਆ ਉਹ ਕੀਤੇ ਨੇ ਤੇ ਇਹਨਾਂ ਅਖਬਾਰਾਂ ਦੇ ਵਿੱਚ ਦੱਸਦੇ ਨੇ ਕਿ ਬਹੁਤ ਅੱਛੇ ਤਰੀਕੇ ਨਾਲ ਜਿਹੜੀ ਕਵਰੇਜ ਆ ਉਹ ਮਿਲੀ ਹੈ ਭਾਰਤ ਨੂੰ। ਕਿਵੇਂ ਦੇਖਦੇ ਹੋ ਸੰਧੂ ਸਾਹਿਬ? ਇਹ ਕੱਲ ਭਾਰਤ ਦਾ ਇੱਕ ਪ੍ਰੋਜੈਕਟ ਨਹੀਂ ਸੀ, ਇਹ ਪ੍ਰੋਜੈਕਟ ਕੱਲ ਇੱਕ ਦੁਨੀਆ ਦਾ ਪ੍ਰੋਜੈਕਟ ਸੀ। ਔਰ ਜਿਸ ਦਿਨ ਤੋਂ ਭਾਰਤ ਨੇ ਇਸ ਪ੍ਰੋਜੈਕਟ ਨੂੰ ਲਾਂਚ ਕੀਤਾ ਸੀ, ਦੁਨੀਆ ਦੀਆਂ ਸਾਰੀਆਂ ਵੱਡੀਆਂ ਏਜੰਸੀਆਂ, ਖਾਸ ਕਰਕੇ ਜਿਹੜੀਆਂ ਸਪੇਸ ਦੇ ਨਾਲ ਰਿਲੇਟਡ ਏਜੰਸੀਜ਼ ਨੇ, ਉਹਨਾਂ ਦੇ ਇੱਕ ਸੈਕਿੰਡ ਦਾ ਜਿਹੜਾ ਆ ਉਹ ਇਹਨਾਂ ਦੇ ਉੱਤੇ ਨਜ਼ਰ ਸੀ। ਉਸ ਤੋਂ ਬਾਅਦ ਜਿਹੜੀਆਂ ਸਰਕਾਰਾਂ ਨੇ ਵਿਦੇਸ਼ਾਂ ਦੇ ਵਿੱਚ, ਵੱਡੀਆਂ ਸਰਕਾਰਾਂ, ਉਹਨਾਂ ਦਾ ਇਸ ਕਰਕੇ ਇਹਨਾਂ ਤੇ ਨਜ਼ਰ ਸੀ ਕਿਉਂਕਿ ਭਾਰਤ ਅੱਜ ਉਹਨਾਂ ਨੂੰ ਪਛਾੜ ਕੇ ਪਹਿਲੇ ਨੰਬਰ ਦੇ ਉੱਤੇ ਪਹੁੰਚ ਰਿਹਾ ਹੈ। ਦੂਸਰੀ ਚੀਜ਼, ਛੋਟੇ ਦੇਸ਼ਾਂ ਦੀ ਇਸ ਲਈ ਨਜ਼ਰ ਸੀ ਕਿ ਜਦੋਂ ਭਾਰਤ ਦੇ ਨਾਲ ਉਹਨਾਂ ਦੇ ਅੱਛੇ ਸੰਬੰਧ ਨੇ ਕਿ ਅਗਰ ਭਾਰਤ ਵਿਕਸਿਤ ਦੇਸ਼, ਸਾਰਿਆਂ ਤੋਂ ਆਗੂ ਦੇਸ਼ ਬਣੇਗਾ ਤੇ ਉਹ ਜਿਹੜੇ ਉਹਦੇ ਨਾਲ ਚੱਲਣ ਵਾਲੇ ਸਾਥੀ ਦੇਸ਼ ਨੇ, ਛੋਟੇ ਦੇਸ਼, ਉਹਨਾਂ ਨੂੰ ਵੀ ਇਹ ਆਸ ਹੈ ਕਿ ਸਾਨੂੰ ਵੀ ਇਸ ਤਕਨੀਕ ਦਾ ਵਾਧਾ ਮਿਲੇਗਾ। ਸੋ ਇਸ ਕਰਕੇ ਕੱਲ ਦਾ ਜਿਹੜਾ ਪ੍ਰੋਜੈਕਟ ਸੀ ਸੰਧੂ ਸਾਹਿਬ, ਉਹ ਕੱਲਾ ਭਾਰਤ ਦਾ ਪ੍ਰੋਜੈਕਟ ਨਹੀਂ ਸੀ, ਪੂਰੀ ਦੁਨੀਆ ਦਾ ਪ੍ਰੋਜੈਕਟ ਸੀ। ਕਿਉਂਕਿ ਚੰਦਰਮਾ ਜਿਹੜਾ ਹੈ ਇਹ ਪੂਰੀ ਦੁਨੀਆ ਦੇ ਵਿੱਚ ਦੇਖਿਆ ਜਾਂਦਾ ਹੈ ਔਰ ਇਸ ਦਾ ਅਸਰ ਪੂਰੀ ਦੁਨੀਆ ਦੇ ਗ੍ਰਹਿਾਂ ਦੇ ਵਿੱਚ, ਹਰ ਚੀਜ਼ ਦੇ ਵਿੱਚ ਜਿਹੜਾ ਹੈ ਇਸ ਦਾ ਅਸਰ ਜਿਹੜਾ ਹੈ, ਹਰ ਤਕਨੀਕ ਦੇ ਵਿੱਚ, ਦਿਨ ਰਾਤ ਦੇ ਵਿੱਚ ਇਸ ਦਾ ਅਸਰ ਹੈ। ਤੇ ਇਸ ਕਰਕੇ ਉਸ ਦੇ ਉੱਤੇ ਜਿਹੜਾ ਜਾ ਕੇ ਭਾਰਤ ਨੇ ਆਪਣਾ ਤਿਰੰਗਾ ਗੱਡਿਆ ਹੈ, ਉਸ ਦੀ ਜਿਹੜੀ ਗੂੰਜ ਹੈ ਪੂਰੀ ਦੁਨੀਆ ਦੇ ਵਿੱਚ, ਰਹਿੰਦੀ ਦੁਨੀਆ ਤੱਕ ਰਹਿਣੀ ਹੈ। ਔਰ ਇਹ ਇਤਿਹਾਸਿਕ ਦਿਨ ਜਿਹੜਾ ਭਾਰਤ ਨੇ ਕੱਲ ਬਣਾਇਆ, ਉਸ ਦੇ ਨਾਲ ਭਾਰਤ ਨੇ ਦੱਸ ਦਿੱਤਾ ਕੱਲ ਕਿ ਵਿਸ਼ਵ ਗੁਰੂ ਬਣਨ ਲਈ ਭਾਰਤ ਜਿਹੜਾ ਹੈ ਸ਼ੁਰੂਆਤ ਕਰ ਚੁੱਕਿਆ ਹੈ ਔਰ ਹੁਣ ਇਹ ਅੱਗੇ ਹੀ ਚੱਲਦਾ ਰਹੇਗਾ। ਕਿਉਂਕਿ ਇਹ ਗੱਲ ਦੀ ਕੱਲ ਵਿਦੇਸ਼ੀ ਮੀਡੀਆ ਨੂੰ, ਵਿਦੇਸ਼ੀ ਏਜੰਸੀਆਂ ਨੂੰ, ਸਪੇਸ ਏਜੰਸੀਆਂ ਨੂੰ ਤੇ ਹੋਰ ਵੱਡੇ ਪੱਧਰ ਤੇ ਕੰਮ ਕਰਨ ਵਾਲੇ ਦੇਸ਼ਾਂ ਨੂੰ ਇਸ ਚੀਜ਼ ਦਾ ਕੱਲ ਅਹਿਸਾਸ ਹੋ ਗਿਆ ਕਿ ਭਾਰਤ ਹੁਣ ਅੱਗੇ ਹੀ ਰਹੇਗਾ। ਭਾਰਤ ਦੀ ਤਕਨੀਕ ਔਰ ਭਾਰਤ ਦੇ ਵਿਗਿਆਨਿਕ ਔਰ ਭਾਰਤ ਦੀ ਤਾਕਤ ਕਿਸੇ ਵੀ ਦੇਸ਼ ਨਾਲੋਂ ਘੱਟ ਨਹੀਂ ਹੈ। ਇਹ ਕੱਲ ਸਾਬਿਤ ਕਰ ਦਿੱਤਾ ਭਾਰਤ ਦੇਸ਼ ਜੀ। ਜਿਵੇਂ ਹੁਣੇ ਕਮਲ ਮੰਜ਼ਲ ਜੀ ਤੁਸੀਂ ਗੱਲ ਕਰ ਰਹੇ ਸੀ ਕਿ ਜਿਹੜਾ ਦੱਸਿਆ ਜਾਂਦਾ ਸੀ ਕਿ ਸਪੇਰਿਆਂ ਦਾ ਤੇ ਜਾਦੂ ਕਰਨ ਵਾਲਿਆਂ ਦਾ ਜਿਹੜਾ ਦੇਸ਼ ਆ ਹੁਣ ਉਹ ਨਹੀਂ ਰਿਹਾ, ਏਦਾਂ ਦੀ ਕੁਝ ਜਿਹੜੀ ਭਾਵਨਾ ਆ ਉਹ ਬਾਬਾ ਰਾਮਦੇਵ ਵੀ ਪ੍ਰਗਟ ਕਰਦੇ ਨਜ਼ਰ ਆਏ ਨੇ। ਮੈਂ ਇੱਥੇ ਕੁਝ ਸੁਨੇਹੇ ਪੜ੍ਹ ਕੇ ਜ਼ਰੂਰ ਸੁਣਾਉਣੇ ਚਾਹੂੰਗਾ ਜਿਨ੍ਹਾਂ ਲੋਕਾਂ ਨੇ ਇਹਦੇ ਉੱਤੇ ਖੁਸ਼ੀ ਦਾ ਇਜ਼ਹਾਰ ਕੀਤਾ, ਆਪੋ ਆਪਣੇ ਢੰਗ ਨਾਲ ਟਿੱਪਣੀ ਕੀਤੀ। ਸਭ ਤੋਂ ਪਹਿਲਾਂ ਸਾਡੇ ਚੀਫ ਜੁਡੀਸ਼ੀਅਲ CJI, ਚੀਫ ਜਸਟਿਸ ਆਫ ਇੰਡੀਆ ਜਸਟਿਸ ਚੰਦਰਚੂੜ, ਉਹ ਕਹਿੰਦੇ ਨੇ ਕਿ ਕਾਮਯਾਬੀ ਦਾ ਮੀਲ ਪੱਥਰ ਸਾਬਤ ਹੋਵੇਗੀ ਇਹ ਪ੍ਰਾਪਤੀ। ਇਹਦੇ ਨਾਲ ਵਿਗਿਆਨਕ ਜਿਹੜੀਆਂ ਖੋਜਾਂ ਨੇ ਸਾਇੰਸ ਦੀਆਂ, ਉਹਨਾਂ ਦੇ ਨਵੇਂ ਜਿਹੜੇ ਦਰਵਾਜ਼ੇ ਖੁੱਲਣਗੇ। ਮੈਂ ਕਹਿੰਦਾ ਟੀਮ ਇਸਰੋ ਨੂੰ ਵਧਾਈ ਦਿੰਦਾ। ਤੇ ਗੱਲ ਕਰਾਂਗੇ ਅਮਿਤ ਸ਼ਾਹ ਹੋਣੀ, ਕੇਂਦਰੀ ਗ੍ਰਹਿ ਮੰਤਰੀ, ਉਹ ਵੀ ਕਹਿੰਦੇ ਨੇ ਕਿ ਦੇਸ਼ ਦੀ ਨਵੀਂ ਜਿਹੜੀ ਆ ਪੁਲਾੜ ਵਿੱਚ ਉਡਾਨ ਹੈ। ਭਾਰਤ ਦੀ ਜਿਹੜੀ ਆ ਇਹ ਉਡਾਨ ਜਿਹੜੀ ਹੈ ਖਗੋਲੀ ਜਿਹੜੀਆਂ ਉਮੀਦਾਂ ਨੇ ਉਹਨਾਂ ਦੀ ਨਵੀਆਂ ਉਚਾਈਆਂ ਤੇ ਲੈ ਕੇ ਜਾਏਗੀ। ਫਿਰ ਗੱਲ ਕਰਦੇ ਹਾਂ ਰਾਹੁਲ ਗਾਂਧੀ ਹੁਣਾਂ ਦੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਹੁਣ ਕਾਂਗਰਸ ਦੇ MP ਨੇ ਤੇ ਪ੍ਰਧਾਨ ਰਹਿ ਚੁੱਕੇ ਨੇ ਤੇ 1962 ਤੋਂ ਬਾਅਦ ਕਹਿੰਦੇ ਭਾਰਤ ਦਾ ਜਿਹੜਾ ਪੁਲਾੜ ਦਾ ਪ੍ਰੋਗਰਾਮ ਹੈ ਉਹ ਨਵੀਆਂ ਉਚਾਈਆਂ ਛੂਹ ਰਿਹਾ ਹੈ। ਕਹਿੰਦੇ ਜਿਹੜੇ ਸੁਪਨੇ ਦੇਖਣ ਵਾਲੀ ਨੌਜਵਾਨ ਪੀੜ੍ਹੀ ਹੈ ਉਹਦੇ ਵਾਸਤੇ ਇਹ ਪ੍ਰੇਰਨਾ ਦਾ ਸਰੋਤ ਹੈ ਰਾਹੁਲ ਗਾਂਧੀ ਹੋਣੀ। ਤੇ ਇਸ ਤੋਂ ਗੱਲ ਆਨੰਦ ਮਹਿੰਦਰਾ ਜੀ ਦਾ ਬਿਆਨ ਵੀ ਆਇਆ, ਜਿਹੜੇ ਕਿ ਚੇਅਰਮੈਨ ਨੇ ਮਹਿੰਦਰਾ ਗਰੁੱਪ ਦੇ। ਉਹ ਕਹਿੰਦੇ ਨੇ ਕਿ ਅੱਜ ਜਾਦੂ ਅਤੇ ਵਿਗਿਆਨ ਦਾ ਜਿਹੜਾ ਰਲੇਵਾਂ ਹੋ ਗਿਆ। ਜਿਵੇਂ ਤੁਸੀਂ ਕਹਿੰਦੇ ਸੀ, ਕਹਿੰਦੇ ਚੰਦਰਮਾ ਤੱਕ ਪਹੁੰਚ ਹੋਣ ਨਾਲ 140 ਕਰੋੜ ਭਾਰਤੀਆਂ ਦੇ ਕਹਿੰਦੇ ਜਿਹੜੇ ਮਨ ਆ ਉਹਨਾਂ ਵਿੱਚ ਨਵੇਂ ਸੁਪਨੇ ਜਿਹੜੇ ਉਹ ਜਗ ਬਗਾਉਣਗੇ।
ਤੇ ਬਾਬਾ ਰਾਮਦੇਵ ਕਹਿੰਦੇ ਨੇ ਕਿ ਭਾਰਤ ਦੇ ਵਿਗਿਆਨਕਾਂ ਦਾ ਜਿਹੜਾ ਲੋਹਾ ਦੁਨੀਆ ਮੰਨ ਚੁੱਕੀ ਹੈ ਤੇ ਚੰਦਰਯਾਨ ਦੀ ਸਫਲਤਾ ਜਿਹੜੀ ਭਾਰਤ ਦੇ ਜਿਹੜੀ ਮਹਾਸ਼ਕਤੀ ਬਣਨ ਦੇ ਵਿੱਚ ਲਈ ਹੈ ਉਹ ਵੱਡਾ ਕਦਮ ਹੈ। ਤੇ ਨਾਲ ਦੇ ਨਾਲ ਗੱਲ ਕਰਾਂਗੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤਾਂ ਐਡੇ ਵੱਡੇ ਉੱਥੇ ਸਮਾਰੋਹ ਦੇ ਵਿੱਚ ਸੀਗੇ, ਉੱਥੋਂ ਲਾਈਵ ਜੁੜੇ ਹੋਏ ਸੀ ਤੇ ਉਹਨਾਂ ਨੇ ਆਪਣਾ ਸੁਨੇਹਾ ਵੀ ਦਿੱਤਾ। ਤੇ ਜਿਵੇਂ ਗੱਲ ਦੱਸੀ ਕਿ ਚੰਦਾ ਮਾਮਾ ਦੂਰ ਦੇ ਨਹੀਂ ਹੁਣ ਦੂਰ ਦੇ ਕਿਹਾ, ਤੇ ਇਹਨਾਂ ਸਾਰਿਆਂ ਦੇ ਉੱਪਰ ਗੱਲ ਕਰਾਂਗੇ ਜਿਹੜਾ ਚੰਦਰਯਾਨ ਖੁਦ ਪਹੁੰਚਿਆ, ਕਹਿੰਦੇ ਉਹਨੇ ਆਪ ਸੁਨੇਹਾ ਭੇਜਿਆ, ਉਹਨੇ ਚੰਦ ਤੋਂ ਪਹੁੰਚ ਕੇ ਸੁਨੇਹਾ ਦਿੱਤਾ, ਕਹਿੰਦੇ ਭਾਰਤ ਮੈਂ ਆਪਣੇ ਮੁਕਾਮ ਤੇ ਪਹੁੰਚ ਗਿਆ ਤੇ ਨਾਲ ਦੀ ਨਾਲ ਤੁਸੀਂ ਵੀ ਪਹੁੰਚ ਗਏ। ਕਿਵੇਂ ਦੇਖਦੇ ਇਹਨਾਂ ਸੁਨੇਹਿਆਂ ਨੂੰ? ਸੰਧੂ ਸਾਹਿਬ, ਇੱਕ ਖੁਸ਼ੀ ਦੀ ਮੂਵਮੈਂਟ ਆ, ਹਰ ਸ਼ਖਸੀਅਤ ਆਪਣੇ ਤਰੀਕੇ ਨਾਲ ਆਪਣਾ ਖੁਸ਼ੀ ਦਾ ਇਜ਼ਹਾਰ ਕਰ ਰਹੀ ਹੈ ਔਰ ਵਾਕਈ ਇਹ ਮੂਵਮੈਂਟ ਹੀ ਇੰਨੀ ਖੁਸ਼ੀ ਵਾਲੀ ਆ ਕਿ ਇਹਦੇ ਵਿੱਚ ਕੰਟਰੋਲ ਕਰਨਾ ਆਪਣੇ ਆਪ ਨੂੰ ਬੜਾ ਔਖਾ ਹੋ ਰਿਹਾ ਔਰ ਇਹਦੇ ਨਾਲ ਸਾਡੇ ਦੇਸ਼ ਦਾ ਨਾਮ ਉੱਚਾ ਹੋਇਆ ਵਾ। ਉਹਦੇ ਨਾਲ ਨਾਲ ਅੱਜ ਸਾਰੇ ਵਰਲਡ ਦਾ ਅਸੀਂ ਮੂੰਹ ਵੀ ਭੰਨ ਦਿੱਤਾ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਆ। ਤੇ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਦੇ ਹਰ ਇਨਸਾਨ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਿਹਾ ਔਰ ਬਣਦਾ ਵੀ ਹੈ ਜੀ। ਔਰ ਪ੍ਰਾਪਤੀ ਏਡੀ ਵੱਡੀ ਆ ਕਿ ਅੱਜ ਦੇਸ਼ ਵਾਸਤੇ ਇਹ ਜਿਹੜੀ ਮੂਵਮੈਂਟ ਆ ਬੜੀ ਹਿਸਟੋਰੀਕਲ ਹੋ ਗਈ ਆ, ਇਤਿਹਾਸਕ ਮੂਵਮੈਂਟ ਹੋਣ ਦੇ ਨਾਲ ਨਾਲ ਫਿਰ ਹਰ ਇਨਸਾਨ ਆਪਣੀ ਖੁਸ਼ੀ ਦਾ ਇਜ਼ਹਾਰ ਇਹਨੂੰ ਵਧੀਆ ਤਰੀਕੇ ਨਾਲ ਕਰ ਰਿਹਾ ਔਰ ਇਹ ਸਾਰੀਆਂ ਖੁਸ਼ੀਆਂ ਦੇ ਇਜ਼ਹਾਰ ਜਿਹੜੇ ਆ ਉਹ ਸਾਡੇ ਹਿੰਦੁਸਤਾਨੀਆਂ ਵਾਸਤੇ ਫਖਰ ਦੀ ਮੂਵਮੈਂਟ ਬਣ ਰਹੇ ਨੇ। ਔਰ ਪਰਮਾਤਮਾ ਇਦਾਂ ਹੀ ਕਿਰਪਾ ਕਰੀ ਰੱਖੇ, ਉਸ ਗੁਰੂ ਰਾਮਦਾਸ ਪਾਤਸ਼ਾਹ ਦੀ ਬਖਸ਼ਿਸ਼ ਨਾਲ ਇਹ ਵਡਿਆਈਆਂ ਹਿੰਦੁਸਤਾਨ ਦੇ ਹਿੱਸੇ ਆਈਆਂ ਨੇ ਔਰ ਆਉਣ ਵਾਲੇ ਸਮੇਂ 'ਚ ਇਦਾਂ ਹੀ ਆਉਂਦੀਆਂ ਰਹਿਣ। ਸਾਡੀਆਂ ਤੇ ਇਹੋ ਅਰਦਾਸਾਂ ਨੇ ਜੀ, ਤੇ ਪਰਮਾਤਮਾ ਇਸ ਤਰ੍ਹਾਂ ਹਿੰਦੁਸਤਾਨ ਦਾ ਨਾਮ ਉੱਚਾ ਕਰਦਾ ਰਹੇ। ਸਾਡੇ ਗੁਰੂਆਂ ਪੀਰਾਂ ਨੇ ਬੜੀਆਂ ਕੁਰਬਾਨੀਆਂ ਤੋਂ ਬਾਅਦ ਇਸ ਮੁਲਕ ਨੂੰ ਸਿਰਜਿਆ ਵਾ, ਉਹ ਬੜੀਆਂ ਕੁਰਬਾਨੀਆਂ ਤੋਂ ਬਾਅਦ ਇਸ ਮੁਲਕ ਦੀ ਜਿਹੜੀ ਆ ਹਿਸਟਰੀ ਬਣੀ ਆ ਔਰ ਉਸ ਗੌਰਵਮਈ ਹਿਸਟਰੀ ਨੂੰ ਅੱਜ ਹੋਰ ਅੱਗੇ ਵਧਾਉਂਦੇ ਆ ਦੇਸ਼ ਦੇ ਵਿਗਿਆਨਕਾਂ ਨੇ। ਅੱਜ ਚੰਦਰਮਾ ਤੇ ਜਿੱਥੇ ਆਪਣਾ ਪੜਾਅ ਕੀਤਾ ਵਾ, ਆਉਣ ਵਾਲੇ ਸਮੇਂ 'ਚ ਇਹ ਵੀ ਗੱਲ ਨਜ਼ਰ ਆ ਰਹੀ ਕਿ ਸ਼ੁੱਕਰ ਤੇ ਵੀ ਪੜਾਅ ਕਰਨ ਦੀ ਤਿਆਰੀ ਹੋ ਰਹੀ ਆ ਔਰ ਸੂਰਜ ਦੇ ਜਿੰਨਾ ਨਜ਼ਦੀਕ ਜਾਇਆ ਜਾ ਸਕਦਾ ਉੱਥੇ ਜਾ ਕਰਕੇ ਵੀ ਜਿੱਦਾਂ ਅੰਤਰਿਕਸ਼ ਦੀਆਂ ਜੋ ਵੀ ਜਾਣਕਾਰੀਆਂ ਨੇ ਉਹ ਸਾਰੀਆਂ ਹਿੰਦੁਸਤਾਨ ਦੇ ਥਰੂ ਮਾਧਿਅਮ ਸਾਰੇ ਵਰਲਡ 'ਚ ਪਹੁੰਚਣਗੀਆਂ ਔਰ ਇਹ ਸਾਡੇ ਵਾਸਤੇ ਬੜੀ ਪ੍ਰਾਊਡ ਮੂਵਮੈਂਟ ਹੈ ਜੀ। ਬਿਲਕੁਲ ਜੀ, ਸੂਰਜ ਤੋਂ ਬਾਅਦ ਸ਼ੁੱਕਰ ਦੀਆਂ ਵੀ ਤਿਆਰੀਆਂ ਨੇ, ਹੋਰ ਗ੍ਰਹਿਾਂ ਦੀਆਂ ਤਿਆਰੀਆਂ ਨੇ ਜਿੱਥੇ ਦੁਨੀਆ ਨੇ ਕਦੇ ਜਾਣ ਦਾ ਸੋਚਿਆ ਨਹੀਂ। ਕਿਉਂਕਿ ਹੁਣ ਰਸਤੇ 'ਚ ਸਾਹ ਲੈਣ ਵਾਸਤੇ ਜਾਂ ਤੇਲ ਪਾਉਣ ਵਾਸਤੇ, ਜਿੱਦਾਂ ਕਹਿੰਦੇ ਹੁੰਦੇ ਵੀ ਜਹਾਜ਼ ਰੁਕਦਾ ਹੁੰਦਾ, ਲੰਬਾ ਸਫ਼ਰ ਹੋਵੇ ਤੇਲ ਪਾਉਣ ਲਈ ਰੁਕਦਾ ਹੋਵੇ, ਏਦਾਂ ਦਾ ਇੱਕ ਹੁਣ ਟਿਕਾਣਾ ਮਿਲ ਗਿਆ, ਇੱਕ ਅੱਡਾ ਬਣ ਜਿਹੜਾ ਚੰਨ ਦੇ ਉੱਤੇ ਭਾਰਤ ਨੇ ਬਣਾਤਾ, ਜਿਹੜਾ ਕਿ ਇੱਥੋਂ ਪਹਿਲਾਂ ਚੰਨ ਤੱਕ ਜਾਣਗੇ, ਫਿਰ ਉੱਥੋਂ ਲੈਸ ਹੋ ਕੇ ਅੱਗੇ ਜਿਹੜਾ ਸ਼ੁੱਕਰ ਤੱਕ ਜਾਂ ਹੋਰ ਗ੍ਰਹਿ ਤੱਕ ਜਾਣ ਦੀ ਜਿਹੜੀ ਤਿਆਰੀ ਵੀ ਕਰ ਲਈ ਹੈ। ਇਹਦੇ ਨਾਲ ਦੇ ਨਾਲ ਮਿੱਤਰੋ ਜੀ, ਇਹਦੇ ਉੱਤੇ ਵੀ ਤੁਹਾਡੀ ਟਿੱਪਣੀ ਲਵਾਂਗੇ, ਪਰ ਨਾਲ ਦੇ ਨਾਲ ਇੱਕ ਮੈਂ ਹੋਰ ਖਬਰ ਜੋੜਦੇ ਹਾਂ। ਜਿਵੇਂ ਸਾਡੇ ਪੰਜਾਬੀਆਂ 'ਚ ਆਪਾਂ ਅਖਾਣ ਨਹੀਂ ਕਹਿੰਦੇ ਕਿ ਹੱਥਾਂ ਬਾਝ ਕਰਾ ਰਿਹਾ ਵੈਰੀ ਮਿੱਤ ਨਾ ਹੋਏ। ਇਹ ਭਾਰਤ ਦਾ ਇੱਕ ਪਾਸੇ ਜਿਹੜਾ ਰੁਤਬਾ ਆ ਉਹ ਜਿੱਥੇ ਇਹਨਾਂ ਬੁਲੰਦ ਹੁੰਦਾ ਜਾ ਰਿਹਾ, ਉੱਥੇ ਭਾਰਤ ਜਿਹੜਾ ਉਹ ਆਪਣੀ ਬਾਰਡਰ ਦੇ ਉੱਤੇ ਸਖਤੀ ਵੀ ਪੂਰੀ ਦਿਖਾ ਰਿਹਾ, ਉਹ ਰੈਕਟ ਵੀ ਜਿਹੜਾ ਉਹ ਪੂਰਾ ਵਧੀਆ ਤਰੀਕੇ ਨਾਲ ਕਰਦਾ ਹੈ, ਠੋਸ ਆਧਾਰ ਤੇ ਕਰਦਾ। ਸ਼ਾਇਦ ਇਹੋ ਕਾਰਨ ਆ ਕਿ LAC ਚਾਈਨਾ ਨਾਲ ਜਿਹੜੀ ਸਰਹੱਦ ਹੈ ਉਹਦੇ ਉੱਤੇ ਇੱਕ ਨਵੀਂ ਖਬਰ ਆ ਗਈ ਹੈ ਕਿ ਦੋਨਾਂ ਫੌਜਾਂ ਨੇ ਪੜਾਅਵਾਰ ਵਾਪਸੀ ਦੇ ਸੰਕੇਤ ਜਿਹੜੇ ਆ ਉਹ ਦੇ ਦਿੱਤੇ ਆ। LAC ਦੇ 3 ਸਾਲਾਂ ਤੋਂ ਬਾਅਦ ਚੀਨ ਦੇ ਨਾਲ ਜਿਹੜਾ ਤਣਾਅ ਖਤਮ ਕਰਨ ਦੀ ਜਿਹੜੀ ਉਮੀਦ ਜਾਗ ਪਈ ਹੈ। ਗਸ਼ਤ ਦੇ ਜਿਹੜੇ ਆ ਉਹ ਨਵੇਂ ਫਾਰਮੂਲੇ ਬਣਾਉਣ ਲਈ ਜਿਹੜਾ ਚੀਨ ਰਜ਼ਾਮੰਦ ਹੋ ਗਿਆ, ਜਿਹੜਾ ਕਿ ਹੁਣ ਤੱਕ ਦੂਜੇ ਨੂੰ ਦਬਾਉਣ ਦੀ ਕੋਸ਼ਿਸ਼ ਵਿੱਚ ਹੀ ਲੱਗਾ ਰਹਿੰਦਾ ਸੀ। ਕਿਵੇਂ ਦੇਖਦੇ ਹੋ ਇੱਕ ਹੋਰ ਪ੍ਰਾਪਤੀ? ਸੰਧੂ ਸਾਹਿਬ, ਗੱਲ ਇਹ ਹੈ, ਜਿਸ ਤਰ੍ਹਾਂ ਜਦੋਂ ਆਸਮਾਨ ਦੇ ਵਿੱਚ ਜਾਣ ਦੀਆਂ ਤਿਆਰੀਆਂ ਬਹੁਤ ਪਹਿਲਾਂ ਸਮੇਂ ਤੋਂ ਕੀਤੀਆਂ ਗਈਆਂ ਹਿੰਦੁਸਤਾਨ ਦੇ ਵਿੱਚ। ਮੈਂ ਕੱਲ ਇਹਦਾ ਇਤਿਹਾਸ ਦੇਖ ਰਿਹਾ ਸੀ ਤਾਂ ਉਦੋਂ ਕੁਝ ਯੰਤਰ ਜਿਹੜੇ ਆ ਸਾਈਕਲ ਦੇ ਉੱਤੇ ਉਸ ਮੌਕੇ ਤੱਕ ਲੈ ਕੇ ਗਏ, ਬੈਲ ਗੱਡੀ ਦੇ ਉੱਤੇ ਉਦੋਂ ਯੰਤਰ ਦੇ ਕੁਝ ਹਿੱਸੇ ਲੈ ਕੇ ਲੋਕ ਉੱਥੇ ਤੱਕ ਪਹੁੰਚੇ ਔਰ ਵਿਗਿਆਨਿਕਾਂ ਨੇ ਉੱਥੋਂ ਉਸ ਟਾਈਮ ਦੇ ਉੱਤੇ ਪਹਿਲਾ ਜਿਹੜਾ ਆ ਕੋਈ ਐਸਾ ਯੰਤਰ ਜਿਹੜਾ ਆਸਮਾਨ ਦੇ ਵਿੱਚ ਭੇਜਣ ਦੇ ਲਈ ਤਿਆਰ ਕੀਤਾ ਸੀ। ਤੁਸੀਂ ਸੋਚੋ ਉਸ ਖੁਸ਼ੀ ਦੀ ਗੱਲ ਕਿ ਜਿਸ ਦੇਸ਼ ਦੇ ਕੋਲ ਗੱਡੀਆਂ ਤੱਕ ਸਾਧਨ ਨਹੀਂ ਸੀ, ਉਦੋਂ ਉਸ ਦੇਸ਼ ਨੇ ਇੱਕ ਸੋਚ ਸੋਚੀ ਸੀ, ਸਾਡੇ ਵਿਗਿਆਨਿਕਾਂ ਨੇ ਔਰ ਸਾਡੀ ਹਿੰਦੁਸਤਾਨ ਨੇ, ਕਿ ਬਈ ਇਸ
ਧਰਤੀ ਦੇ ਉੱਤੋਂ ਅਸੀਂ ਆਸਮਾਨ ਦੇ ਵਿੱਚ ਆਪਣੇ ਯੰਤਰ ਭੇਜਾਂਗੇ, ਜਿਹਦੇ ਰਾਹੀਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤਰੱਕੀ ਕਰਾਂਗੇ। ਔਰ ਅੱਜ ਸਾਡਾ ਦੇਸ਼ ਉਸ ਤਾਕਤ ਦਾ ਮਾਲਿਕ ਬਣਿਆ ਹੈ। ਉਸ ਪਰਮਾਤਮਾ ਦੀ ਕਿਰਪਾ ਦੇ ਨਾਲ, ਸਾਡੀ ਟੀਮਾਂ ਦੀ ਮਿਹਨਤ ਦੇ ਨਾਲ, ਸਾਡੇ ਵਿਗਿਆਨਿਕਾਂ ਦੀ ਮਿਹਨਤ ਦੇ ਨਾਲ, ਔਰ ਅੱਜ ਦੀ ਸਾਡੀ ਮੌਜੂਦਾ ਸਰਕਾਰ ਦੀ ਸੋਚ ਦੇ ਮੁਤਾਬਿਕ ਕਿ ਅੱਜ ਆਸਮਾਨ ਦੇ ਵਿੱਚ ਚੰਦਰਮਾ ਦੇ ਉੱਤੇ ਜਿਹੜੇ ਹੈ ਉਸ ਖੇਤਰ ਦੇ ਵਿੱਚ ਵੀ ਜਾ ਕੇ ਭਾਰਤੀਆਂ ਨੇ ਆਪਣੇ ਕਾਮਯਾਬੀ ਦੇ ਝੰਡੇ ਲਹਿਰਾਏ ਨੇ, ਜਿੱਥੇ ਅੱਜ ਤੱਕ ਦੁਨੀਆ ਦਾ ਕੋਈ ਵੀ ਵੱਡੇ ਤੋਂ ਵੱਡਾ ਵਿਗਿਆਨਿਕ ਵੀ ਪਹੁੰਚਣ ਦੀ ਕੋਸ਼ਿਸ਼ ਕਰਕੇ ਪਹੁੰਚ ਨਹੀਂ ਸਕਿਆ। ਸੋ ਗੱਲ ਆ ਗਈ ਹੁਣ ਚੀਨ ਦੀ LAC ਦੇ ਬਾਰੇ, ਕਿਉਂਕਿ ਚੀਨ ਹੁਣ ਭਾਰਤ ਦੀ ਵੱਧਦੀ ਹੋਈ ਤਾਕਤ ਨੂੰ ਵੀ ਸਮਝ ਰਿਹਾ ਹੈ। ਇਹ ਭਾਰਤ ਪਹਿਲੇ ਵਾਲਾ ਭਾਰਤ ਨਹੀਂ ਹੈ, ਤੇ ਉਸ ਨੂੰ ਵੀ ਇਸ ਚੀਜ਼ ਦਾ ਅਹਿਸਾਸ ਹੋ ਗਿਆ ਕਿ ਅਗਰ ਉਹ ਇੱਕ ਵੱਡੀ ਤਾਕਤ ਹੈ ਦੁਨੀਆ ਦੇ ਵਿੱਚ, ਤਾਂ ਭਾਰਤ ਵੀ ਅੱਜ ਕੋਈ ਛੋਟੀ ਤਾਕਤ ਨਹੀਂ ਹੈ। ਤੇ ਉਹਨੂੰ ਵੀ ਪਤਾ ਲੱਗ ਗਿਆ ਕਿ ਅੱਜ ਅਗਰ ਮੈਂ ਪਿਆਰ ਭਾਵ ਦੇ ਨਾਲ ਕੋਈ ਐਸੀ ਨੀਤੀ ਬਣਾਉਂਗਾ ਤੇ ਭਾਰਤ ਤਰੱਕੀ ਤਾਂ ਕਰੇਗਾ ਹੀ ਕਰੇਗਾ, ਲੇਕਿਨ ਮੇਰੀ ਤਰੱਕੀ ਨੂੰ ਵੀ ਰੋਕ ਨਹੀਂ ਆਏਗੀ। ਨਹੀਂ ਤਾਂ ਭਾਰਤ ਜਿੱਥੇ ਆਪਣੀ ਸੁਰੱਖਿਆ ਵੀ ਕਰੇਗਾ ਤੇ ਫਿਰ ਦੂਸਰੇ ਦਾ ਨੁਕਸਾਨ ਵੀ ਕਰਨ ਦੀ ਨਾਲ ਤਾਕਤ ਰੱਖਦਾ ਹੈ। ਤੇ ਇਸ ਗੱਲ ਨੂੰ ਅੱਜ ਮੈਂ ਸਮਝਦਾ ਕਿ ਚੀਨ ਦੀ ਸਰਕਾਰ ਨੂੰ ਵੀ ਸਮਝ ਆ ਗਈ ਹੈ, ਤੇ ਇਸੇ ਕਰਕੇ ਚੀਨ ਦੇ ਵੱਲੋਂ ਵੀ ਇਹ ਪਹਿਲ ਜਿਹੜੀ ਹੈ ਹੋ ਰਹੀ ਹੈ। ਕਿਉਂਕਿ ਹਿੰਦੁਸਤਾਨ ਤਾਂ ਹਮੇਸ਼ਾ ਹੀ ਇਹ ਕਹਿੰਦਾ ਰਿਹਾ ਕਿ ਤੁਸੀਂ ਆਪਣੇ ਘਰ ਖੁਸ਼ੀ ਮਨਾਓ ਪਰ ਸਾਨੂੰ ਤੰਗ ਨਾ ਕਰੋ। ਤੇ ਜੇ ਇਹ ਨੀਤੀ ਅੱਜ ਚੀਨ ਔਰ ਪਾਕਿਸਤਾਨ ਵੀ ਸਮਝ ਜਾਣਗੇ ਤਾਂ ਮੈਂ ਸਮਝਦਾ ਕਿ ਉਹ ਦੇਸ਼ ਵੀ ਤਰੱਕੀ ਕਰਨਗੇ। ਭਾਰਤ ਨੇ ਤਾਂ ਵਿਸ਼ਵ ਗੁਰੂ ਬਣਨਾ ਹੀ ਹੈ ਤੇ ਉਹਨਾਂ ਨੂੰ ਵੀ ਕੋਈ ਮੁਸ਼ਕਿਲ ਨਹੀਂ ਆਏਗੀ। ਤੇ ਜੇ ਉਹ ਇਹ ਨੀਤੀ ਦੇ ਉੱਤੇ ਆ ਜਾਣ ਤਾਂ ਮੈਂ ਸਮਝਦਾ ਕਿ ਸਾਡੀ ਸਾਰੀ ਦੁਨੀਆ ਦੇ ਲਈ ਇੱਕ ਬਹੁਤ ਹੀ ਵਧੀਆ ਖੁਸ਼ਹਾਲ ਦੁਨੀਆ ਬਣਨ ਦੇ ਵਿੱਚ ਇਹ ਇੱਕ ਵਧੀਆ ਕਦਮ ਹੋਏਗਾ। ਤੇ ਇਹ ਇੱਕ ਅੱਛੀ ਸੋਚ ਹੈ। ਅਗਰ ਭਾਰਤ ਦੀ ਤਾਕਤ ਨੂੰ ਦੇਖਦੇ ਹੋਏ ਚੀਨ ਨੇ ਇਸ ਵੱਲ ਕਦਮ ਵਧਾਇਆ ਔਰ ਇਸ ਤਰ੍ਹਾਂ ਦੀ ਨੀਤੀ ਦੇ ਉੱਤੇ ਵਿਚਾਰ ਕਰਨਾ ਸ਼ੁਰੂ ਕੀਤਾ ਹੈ, ਬਹੁਤ ਹੀ ਖੁਸ਼ੀ ਦੀ ਗੱਲ ਹੈ। ਔਰ ਦੁਆ ਕਰਦੇ ਹਾਂ ਪ੍ਰਮਾਤਮਾ ਦੇ ਅੱਗੇ ਕਿ ਇਹ ਨੀਤੀ ਕਾਮਯਾਬ ਹੋਵੇ, ਤਾਂ ਕਿ ਸਾਡੀਆਂ ਸਰਹੱਦਾਂ ਸੁਰੱਖਿਅਤ ਵੀ ਹੋਣ ਔਰ ਨਾਲ ਦੀ ਨਾਲ ਅਸੀਂ ਆਪਣੀ ਤਰੱਕੀ ਦੇ ਰਾਹ ਦੇ ਉੱਤੇ ਖੁੱਲੇ ਦਿਲ ਨਾਲ ਕੰਮ ਕਰ ਸਕੀਏ। ਕਮਰਮੰਦਰ ਜੀ, ਕੱਲ ਕਹਿੰਦੇ ਜਿਵੇਂ ਮਹਿੰਦਰ ਜੀ ਦੱਸਦੇ ਕਿ ਸਾਰੇ ਪਾਸੇ ਜਿਹੜੀ ਆ ਤਰੱਕੀ ਦੇਖਣ ਨੂੰ ਮਿਲ ਰਹੀ ਹੈ, ਤੇ ਖਬਰ ਇਹ ਵੀ ਆਈ ਹੈ ਕੱਲ ਦਾ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਜਿਹੜਾ 213 ਅੰਕ ਚੜ ਗਿਆ। ਕਹਿੰਦੇ ਚੰਦਰਯਾਨ ਦੀ ਲੈਂਡਿੰਗ ਤੋਂ ਪਹਿਲਾਂ ਹੀ 13 ਜਿਹੜੀ ਸਪੇਸ ਦੇ ਨਾਲ ਸੰਬੰਧਿਤ ਸ਼ੇਅਰ ਸੀਗੇ ਉਹਨਾਂ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਭਾਰਤ ਦੇ ਟੈਲੀਕਾਮ, ਰਿਮੋਟ ਸੈਂਸਿੰਗ, ਸੈਟੇਲਾਈਟ ਤੇ ਨੈਵੀਗੇਸ਼ਨ ਵਿੱਚ ਵਿਦੇਸ਼ੀ ਨਿਵੇਸ਼ ਜਿਹੜਾ ਉਹ ਆਉਣ ਦੇ ਲਈ ਜਿਹੜਾ ਉਹ ਜ਼ਮੀਨ ਜਿਹੜੀ ਆ ਵਧੇਰੇ ਤਿਆਰ ਹੋ ਗਈ ਹੈ। ਕਿਵੇਂ ਦੇਖਦੇ ਹੋ ਸੰਧੂ ਸਾਹਿਬ? ਮੈਂ ਇਹ ਮਹਿਸੂਸ ਕਰ ਰਿਹਾ ਕਿ ਹਰ ਪਾਸਿਓਂ ਖੁਸ਼ੀਆਂ ਹੀ ਖੁਸ਼ੀਆਂ ਮਿਲ ਰਹੀਆਂ ਨੇ। ਇਹ ਕਿਰਪਾ ਉਸ ਪਰਮਾਤਮਾ ਦੀ ਹੈ, ਬਖਸ਼ਿਸ਼ ਹੈ ਉਸ ਭਗਵਾਨ ਦੀ, ਜਿਹਦੀ ਕਿਰਪਾ ਦੇ ਨਾਲ ਅੱਜ ਹਿੰਦੁਸਤਾਨ ਜਿਹੜਾ ਆ ਉਹ ਦੁਨੀਆ ਦੀ ਅੱਖ ਦਾ ਤਾਰਾ ਬਣਦਾ ਨਜ਼ਰ ਆ ਰਿਹਾ ਵਾ। ਜਿਸ ਤਰ੍ਹਾਂ ਨਿਵੇਸ਼ ਬੜੇ ਕੁਛ ਪਿਛਲੇ ਲੰਬੇ ਸਮੇਂ ਤੋਂ ਨਿਵੇਸ਼ ਜਿਹੜਾ ਵਾ ਭਾਰਤ ਵੱਲ ਨੂੰ, ਵਿਦੇਸ਼ੀ ਕੰਪਨੀਆਂ ਦਾ, ਵਿਦੇਸ਼ੀ ਇਨਵੈਸਟਰਾਂ ਦਾ ਰੁਝਾਨ ਜਿਹੜਾ ਵਾ ਉਹ ਹਿੰਦੁਸਤਾਨ ਵੱਲ ਵਧਿਆ ਹੋਇਆ। ਔਰ ਉੱਥੋਂ ਇਹ ਚੀਜ਼ਾਂ ਸਾਬਤ ਹੁੰਦੀਆਂ ਨੇ ਕਿ ਵਾਕਈ ਅਸੀਂ ਵਿਸ਼ਵ ਗੁਰੂ ਬਣਨ ਵਾਲੇ ਪਾਸੇ ਨੂੰ ਬੜੀ ਤੇਜ਼ੀ ਨਾਲ ਅੱਗੇ ਨੂੰ ਵੱਧ ਰਹੇ ਹਾਂ ਔਰ ਬਣ ਹੀ ਚੁੱਕੇ ਹਾਂ ਲਗਭਗ। ਤੇ ਹਿੰਦੁਸਤਾਨ ਦਾ ਤੇ ਸਿਧਾਂਤ ਹਮੇਸ਼ਾ ਰਿਹਾ ਜੀ ਔਰ ਜੀਨੇ ਤੋਂ। ਪੋਜ਼ਿਟਿਵ ਥਿੰਕਿੰਗ ਵਾਲੀ ਕੰਟਰੀ ਆ, ਹਮੇਸ਼ਾ ਦੂਸਰੇ ਦਾ ਭਲਾ ਕਰਨ ਵਾਲੀ ਥਿੰਕਿੰਗ ਆ ਸਾਡੇ ਦੇਸ਼ ਦੀ। ਔਰ ਜਿਹੜੇ ਵੀ ਇਸ ਸਿਧਾਂਤ ਨੂੰ ਸਮਝ ਗਏ ਨੇ ਲੋਕ ਜਾਂ ਇਸ ਸਿਧਾਂਤ ਨੂੰ ਮੰਨਣ ਲੱਗ ਪਏ ਨੇ, ਉਹ ਨਾਲ ਰਲ ਕੇ ਤਰੱਕੀ ਕਰਨਗੇ। ਔਰ ਜਿਹੜਾ ਇਹਦਾ ਵਿਰੋਧ ਦੇ ਵਿੱਚ ਨੈਗੇਟਿਵ ਥਿੰਕਿੰਗ ਵਾਲੇ ਲੋਕ ਹੋਣਗੇ, ਉਹ ਜੋ ਹਾਲ ਪਾਕਿਸਤਾਨ ਦਾ ਅੱਜ ਦੀ ਤਰੀਕ 'ਚ ਹੋ ਚੁੱਕਾ ਵਾ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਨੈਗੇਟਿਵ ਥਿੰਕਿੰਗ ਵਾਲੀਆਂ ਕੰਟਰੀਆਂ ਨੇ ਉਹਨਾਂ ਦੇ ਹਾਲਾਤ ਇਦਾਂ ਦੇ ਹੀ ਬਣਨਗੇ। ਔਰ ਜੇ ਚਾਈਨਾ ਨੇ ਵੀ ਆਪਣਾ ਰੁਖ ਮੋੜਿਆ ਵਾ ਤੇ ਉਹਦੇ ਵਿੱਚ ਵੀ ਇਹ ਮੈਂ ਸਮਝਾਂ ਕਿ ਚਾਈਨਾ ਦੀ ਸਮਝਦਾਰੀ ਹੋਏਗੀ, ਉਹ ਆਪਣੀ ਥਿੰਕਿੰਗ ਪੋਜ਼ਿਟਿਵ ਕਰ ਲੈਣ। ਔਰ ਪੋਜ਼ਿਟਿਵ ਥਿੰਕਿੰਗ ਦੇ ਨਾਲ ਸਾਰਾ ਕੁਝ ਪੋਸੀਬਲ ਹੋ ਸਕਦਾ। ਅਗਰ ਨੈਗੇਟਿਵ ਥਿੰਕਿੰਗ ਲੈ ਕੇ ਚਾਈਨਾ ਵੀ ਚੱਲੇਗਾ ਤੇ ਜੋ ਹਾਲ ਪਾਕਿਸਤਾਨ ਦਾ ਹੋਇਆ ਲਗਭਗ ਉਸੇ ਹਾਲਾਤਾਂ 'ਚ ਚਾਈਨਾ ਵੀ ਆਉਣ ਵਾਲੇ ਸਮੇਂ 'ਚ ਹੋ ਜਾਏਗਾ। ਤੇ ਹਿੰਦੁਸਤਾਨ ਦਾ ਸ਼ੁਰੂ ਤੋਂ ਇੱਕ ਸਿਧਾਂਤ ਰਿਹਾ ਜੀ ਔਰ ਜੀਨੇ ਤੋਂ, ਔਰ ਅਸੀਂ ਇਸ ਸਿਧਾਂਤ ਦੇ ਉੱਤੇ ਚੱਲਣ ਵਾਲੀ ਕੰਟਰੀ ਆ। ਔਰ ਜਿਹੜਾ ਵੀ ਸਾਡੇ ਨਾਲ ਖੁੱਲ ਦਿਲੀ ਨਾਲ ਆਉਂਦਾ ਵਾ, ਜਿਹੜਾ 2 ਕਦਮ ਵਧਾਉਂਦਾ ਵਾ, ਹਿੰਦੁਸਤਾਨ 10 ਕਦਮ ਉਹਦੇ ਵੱਲ ਵਧਾ ਲੈਂਦਾ। ਤੇ ਜਿਹੜਾ ਵੀ ਅੱਜ ਪਿਆਰ, ਪ੍ਰੇਮ ਤੇ ਭਾਵਨਾ ਨਾਲ ਸਾਡੇ ਵੱਲ ਹੱਥ ਵਧਾਏਗਾ, ਹਿੰਦੁਸਤਾਨ ਉਹਦੇ ਨਾਲ 10 ਗੁਣਾ ਵੱਧ ਪ੍ਰੇਮ ਭਾਵ ਲੈ ਕੇ ਵਧੇਗਾ। ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਦਾ ਸੁਮੇਲ ਨੇ, ਹਿੰਦੁਸਤਾਨ ਆਉਣ ਵਾਲੀ ਵਿਸ਼ਵ ਦੀ ਸਭ ਤੋਂ ਵੱਡੀ ਸ਼ਕਤੀ ਬਣਨ ਜਾ ਰਿਹਾ ਵਾ। ਅੱਜ ਵਿਦੇਸ਼ ਦੇ ਇਨਵੈਸਟਰਾਂ ਦਾ ਧਿਆਨ ਵੀ ਇਸੇ ਲਈ ਹਿੰਦੁਸਤਾਨ ਵੱਲ ਵੱਧ ਰਿਹਾ, ਕਿਉਂਕਿ ਹਿੰਦੁਸਤਾਨ ਦੀ ਜਿਹੜੀ ਤਰੱਕੀ ਆ, ਜਿਹੜੀ ਜਨਸੰਖਿਆ ਜਿਹਨੂੰ ਅਸੀਂ ਕਿਸੇ ਟਾਈਮ ਦੇ ਉੱਤੇ ਆਪਣੀ ਕਮੀ ਸਮਝਦੇ ਸਾਂ,
ਅੱਜ ਸਾਡੀ ਭਾਰਤ ਦੀ ਸਰਕਾਰ ਨੇ, ਸ਼੍ਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਇਹਨੂੰ ਇੱਕ ਸ਼ਕਤੀ ਦੇ ਰੂਪ 'ਚ ਦਿਖਾਇਆ ਕਿ ਮੈਂ 140 ਕਰੋੜ ਕਸਟਮਰ ਦੀ ਕੰਟਰੀ ਆ, ਜਿੰਨੇ ਵੀ ਕੰਮ ਕਰਨਾ ਵਾ ਤੁਹਾਨੂੰ ਸਾਡੀਆਂ ਸ਼ਰਤਾਂ ਦੇ ਕੰਮ ਕਰਨੇ ਪੈਣਗੇ। ਔਰ ਆਪਣੀ ਤਾਕਤ ਨੂੰ ਪਹਿਚਾਨਦੇ ਹੋਏ ਅੱਜ ਸਾਰੇ ਵਰਲਡ ਦਾ ਝੁਕਾਅ ਜਿਹੜਾ ਹਿੰਦੁਸਤਾਨ ਨਾਲ ਵੱਧ ਰਿਹਾ। ਜੀ ਮਹਿੰਦਰ ਜੀ, ਜਿਵੇਂ ਕਮਲ ਮੰਜ਼ਲ ਜੀ ਕਹਿ ਰਹੇ ਕਿ ਜਿਹੜੀ ਆਬਾਦੀ ਹੈ ਸਾਡੀ ਵੱਡੀ ਆਬਾਦੀ, ਕਹਿੰਦੇ ਸੀ ਭੁੱਖੇ ਪੇਟ, ਜਿਹਦੀ ਆਪਾਂ ਗੱਲ ਕਰਦੇ ਸੀ, ਕੱਲ ਵੀ ਤੁਸੀਂ ਚਰਚਾ ਕੀਤੀ ਸੀ ਕਿ ਹਰ ਇੱਕ ਵਿਅਕਤੀ ਨੂੰ ਰੁਜ਼ਗਾਰ ਦੇਣਾ, ਹਰ ਇੱਕ ਵਿਅਕਤੀ ਨੂੰ ਕੰਮ ਧੰਦੇ ਨਾਲ ਜੋੜਨਾ ਜ਼ਰੂਰੀ ਹੈ। ਜਿੱਥੇ ਕੱਲ ਅਸੀਂ ਜ਼ਿਕਰ ਕਰ ਰਹੇ ਸੀ ਪੰਜਾਬ ਦੇ ਵਿੱਚ ਵੀ ਆਮ ਕਾਰੋਬਾਰ ਕਿਵੇਂ ਸ਼ੁਰੂ ਕਰਨੇ ਨੇ, ਇਹਦੀ ਸਿੱਖਿਆ 8ਵੀਂ 9ਵੀਂ ਤੋਂ ਹੀ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ ਬੱਚਿਆਂ ਨੂੰ, ਤੇ ਉੱਥੇ ਹੀ ਪੁਲਿਸ ਦੀ ਭਰਤੀ ਬਾਰੇ ਵੀ ਜਿਹੜੀ ਜਾਣਕਾਰੀ ਦੇਣੀ ਸ਼ੁਰੂ ਕਰਤੀ ਗਈ ਹੈ। ਤੇ ਹੁਣ ਇੱਕ ਖਬਰ ਜਿਹੜੀ ਸੈਂਟਰ ਗਵਰਨਮੈਂਟ ਤੋਂ ਵੀ ਆਈ, ਜਿਹੜੀ ਸਾਰੇ ਸੂਬਿਆਂ ਵਿੱਚ ਲਾਗੂ ਹੋਣੀ ਹੈ, ਉਹ ਇਹ ਹੈ ਕਿ ਬਹੁਤ ਵੱਡਾ ਬਦਲਾਅ ਕੇਂਦਰ ਸਰਕਾਰ ਕਰਨ ਜਾ ਰਹੀ ਹੈ ਕੌਮੀ ਸਿੱਖਿਆ ਨੀਤੀ ਦੇ ਵਿੱਚ। ਹੁਣ ਕਹਿੰਦੇ 11ਵੀਂ ਤੇ 12ਵੀਂ +1 ਤੇ +2, ਕਹਿੰਦੇ ਉਹਦਾ ਜਿਹੜਾ ਇਮਤਿਹਾਨ ਹੈ ਅੱਗੇ ਸਾਲ ਦੇ ਵਿੱਚ ਇੱਕ ਵਾਰੀ ਹੁੰਦਾ ਸੀ, ਕਹਿੰਦੇ ਹੁਣ ਉਹਦਾ ਜਿਹੜਾ ਬੋਰਡ ਦੀਆਂ ਪ੍ਰੀਖਿਆਵਾਂ ਨੇ ਸਾਲ 'ਚ 2 ਵਾਰੀ ਹੋਇਆ ਕਰਨੀਆਂ। 6 ਮਹੀਨੇ ਤੋਂ ਬਾਅਦ 6 ਮਹੀਨੇ ਸਟੂਡੈਂਟ ਆਪਣੀ ਪੜ੍ਹਾਈ ਕਰੇਗਾ, 6 ਮਹੀਨਿਆਂ ਬਾਅਦ ਉਹਦਾ ਪਰਚਾ ਹੋ ਜਾਏਗਾ ਕਿ ਉਹਨੇ ਕੀ ਪੜ੍ਹਿਆ। ਉਸ ਤੋਂ ਬਾਅਦ ਅਗਲੀ ਪੜ੍ਹਾਈ ਫਿਰ 6 ਮਹੀਨੇ ਬਾਅਦ ਜਿਹੜਾ ਉਹ ਕਰੇਗਾ। ਕਹਿੰਦੇ ਇਹਦੇ ਨਾਲ ਜਿਹੜਾ ਬੱਚਿਆਂ ਉੱਤੇ ਤਣਾਅ ਘੱਟ ਕਰਨ ਦੀ ਜਿਹੜੀ ਮਦਦ ਮਿਲੇਗੀ। ਕਿਵੇਂ ਦੇਖਦੇ ਹੋ ਇਸ ਨਵੀਂ ਨੀਤੀ ਨੂੰ? ਸੰਧੂ ਸਾਹਿਬ, ਮੈਂ ਇਸ ਗੱਲ ਦੇ ਨਾਲ ਬਹੁਤ ਸਹਿਮਤ ਹਾਂ ਕਿ ਅਗਰ ਸਾਡੇ ਕੋਲ ਬਹੁਤ ਵੱਡੀ ਆਬਾਦੀ ਹੈ ਤਾਂ ਸਾਡੇ ਕੋਲ ਇਲਾਕਾ ਵੀ ਬਹੁਤ ਵੱਡਾ ਹੈ, ਏਰੀਆ ਵੀ ਬਹੁਤ ਵੱਡਾ ਹੈ, ਲੇਕਿਨ ਅਗਰ ਪੂਰੀ ਆਬਾਦੀ ਦੇ ਵਿੱਚ ਅੱਛੀ ਨੀਤੀ ਹੋਵੇ ਕੇਂਦਰ ਸਰਕਾਰ ਦੀ ਵੀ ਔਰ ਉਹਨਾਂ ਦੇ ਮੁਤਾਬਿਕ ਰਾਜ ਸਰਕਾਰਾਂ ਦੀ ਵੀ ਅੱਛੀਆਂ ਨੀਤੀਆਂ ਹੋਣ, ਔਰ ਸਟੂਡੈਂਟਸ ਨੂੰ ਜਿਸ ਤਰ੍ਹਾਂ ਹੁਣ ਜਿਹੜੀਆਂ ਚੀਜ਼ਾਂ ਸ਼ੁਰੂ ਹੋ ਰਹੀਆਂ ਜਿਨ੍ਹਾਂ ਦੇ ਉੱਤੇ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ, ਉਸ ਤਰੀਕੇ ਨਾਲ ਪੜ੍ਹਾਈ ਦੇ ਨਾਲ ਨਾਲ ਉਹਨਾਂ ਦੇ ਅੰਦਰ ਸਕਿੱਲ ਡਿਵੈਲਪਮੈਂਟ ਵੀ ਕੀਤੀ ਜਾਵੇ। ਕੋਈ ਉਹਨਾਂ ਦੇ ਅੰਦਰ ਐਸੀ ਹੁਨਰ ਜਿਹੜੇ ਆ ਉਹ ਪਾਏ ਜਾਣ ਜਿਹਦੇ ਨਾਲ ਬੱਚੇ ਨੌਕਰੀ ਦੀ ਆਸ ਨਾ ਕਰਦੇ ਹੋਏ ਆਪਣੇ ਵਪਾਰ ਨੂੰ ਸੈੱਟ ਕਰਨ। ਔਰ ਦੇਖਿਆ ਜਾਵੇ ਤਾਂ ਐਡੀ ਵੱਡੀ ਆਬਾਦੀ ਹੈ, ਐਡਾ ਵੱਡਾ ਬਾਜ਼ਾਰ ਹੈ, ਤੇ ਕੋਈ ਵੀ ਲੋਕ ਕੋਈ ਵੀ ਕੰਮ ਆਪਣਾ ਵੀ ਕਰ ਸਕਦੇ ਨੇ। ਅਗਰ ਵਿਦੇਸ਼ੀ ਲੋਕ ਇੱਥੇ ਆ ਕੇ ਪੈਸਾ ਇਨਵੈਸਟ ਕਰਕੇ ਵਪਾਰ ਕਰ ਸਕਦੇ ਨੇ ਤਾਂ ਹਿੰਦੁਸਤਾਨੀ ਵੀ ਛੋਟੇ ਪੱਧਰ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਜਿੱਦਾਂ ਦਾ ਜਿਹਦਾ ਵਜੂਦ ਹੋਵੇ ਔਰ ਉਦਾਂ ਦੀਆਂ ਸਰਕਾਰਾਂ ਤੋਂ ਸਹਾਇਤਾ ਲੈ ਕੇ ਔਰ ਉਸ ਤਰ੍ਹਾਂ ਦੀ ਸਿੱਖਿਆ ਲੈ ਕੇ ਜਿਹੜਾ ਅਗਰ ਵਪਾਰ ਕਰਨਗੇ ਤਾਂ ਮੈਂ ਸਮਝਦਾ ਕਿ ਕਾਮਯਾਬੀ ਦੇ ਬਹੁਤ ਵੱਡੇ ਜਿਹੜੇ ਆ ਰਸਤੇ ਪਏ ਨੇ, ਬਹੁਤ ਵੱਡੇ ਪਲੇਟਫਾਰਮ ਪਏ ਨੇ। ਦੂਸਰੀ ਗੱਲ ਜਿਹੜੀ ਕੇਂਦਰ ਸਰਕਾਰ ਦੀ ਨੀਤੀ ਦੇ ਬਾਰੇ ਗੱਲ ਹੈ, ਐਜੂਕੇਸ਼ਨ ਦੇ ਬਾਰੇ, ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਵੱਡੀਆਂ ਪੜ੍ਹਾਈਆਂ ਉਹ ਪਹਿਲੇ ਤੋਂ ਹੀ ਸਮੈਸਟਰ ਵਾਈਜ਼ ਚੱਲ ਰਹੀਆਂ ਨੇ, 6-6 ਮਹੀਨੇ ਬਾਅਦ ਪੇਪਰ ਹੁੰਦੇ ਨੇ। ਉਹ ਵੀ ਇਹੀ ਕਾਰਨ ਹੈ ਕਿ ਇਕੱਠੇ ਜਿਹੜੇ ਹੈ ਇਮਤਿਹਾਨ ਦਾ ਜਿਹੜਾ ਪ੍ਰੈਸ਼ਰ ਹੈ ਉਹ ਸਟੂਡੈਂਟਸ ਦੇ ਉੱਤੇ ਇਕੱਠਾ ਨਾ ਆਵੇ। ਉਹ 2 ਵਾਰੀ ਅਗਰ ਹਿੱਸਿਆਂ ਦੇ ਵਿੱਚ ਉਸ ਨੀਤੀ ਨੂੰ ਬਣਾ ਦਿੱਤਾ ਜਾਵੇ ਪੜ੍ਹਾਈ ਦੀ ਨੂੰ, ਤੇ ਕਿਤਾਬਾਂ ਵੀ ਉਸ ਹਿਸਾਬ ਨਾਲ ਸਿਲੇਬਸ ਵੀ ਤਿਆਰ ਹੋ ਜਾਵੇ ਔਰ ਬੱਚਿਆਂ ਦੇ ਉੱਤੇ 2 ਵਾਰ ਜਿਹੜਾ ਬੋਰਡ ਦਾ ਟੈਸਟ ਹੋਏਗਾ ਔਰ ਉਹ ਐਗਜ਼ਾਮੀਨੇਸ਼ਨ ਦਾ ਰਿਜ਼ਲਟ ਜਿਹੜਾ ਹੈ ਉਹ ਆਏਗਾ, ਤੇ ਇਹ ਬਹੁਤ ਵਧੀਆ ਗੱਲ ਹੈ। ਬੱਚੇ ਵੀ ਇਸ ਨੀਤੀ ਨੂੰ ਔਰ ਇਸ ਵਪਾਰ ਦੀ ਜਿਹੜੀ ਨੀਤੀ ਹੈ ਉਹਨੂੰ ਤੇ ਸਰਕਾਰਾਂ ਦੀ ਭਾਵਨਾ ਨੂੰ ਜਿਹੜਾ ਸਮਝਿਆ ਜਾਵੇ। ਤੇ ਸਰਕਾਰਾਂ ਬਸ ਇੱਕੋ ਹੀ ਚੀਜ਼ ਹੈ ਕਿ ਹਰ ਪਾਸਿਓਂ ਕਰਪਸ਼ਨ ਖਤਮ ਕਰ ਦੇਣ, ਸਾਫ਼ ਸੁਥਰੀ ਨੀਤੀ ਚੱਲੇ। ਹਿੰਦੁਸਤਾਨ ਦੇ ਅੰਦਰ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਵਪਾਰ ਵੀ ਬਹੁਤ ਹੈ ਇੱਥੇ, ਵਿਗਿਆਨ ਵੀ ਬਹੁਤ ਹੈ ਇੱਥੇ, ਕਰਨ ਵਾਲਿਆਂ ਦੀ ਸ਼ਮਤਾ ਵੀ ਬਹੁਤ ਹੈ, ਹਰ ਚੀਜ਼ ਹੈ। ਸਿਰਫ ਇੱਕ ਵਾਰੀ ਜਿਹੜਾ ਘੋਣ ਹੈ ਉਹਨੂੰ ਖਤਮ ਕਰ ਦਿੱਤਾ ਜਾਵੇ ਰਾਜ ਸਰਕਾਰਾਂ ਦੇ ਵਿੱਚੋਂ ਵੀ ਔਰ ਕੇਂਦਰ ਸਰਕਾਰਾਂ ਦੇ ਵਿੱਚੋਂ ਵੀ, ਤਾਂ ਕਿ ਇਹ ਜਿਹੜੀਆਂ ਲੋਕ ਹੈ ਉਹ ਆਪ ਆਪਣੇ ਕਾਮਯਾਬੀ ਵਧੀਆ ਪ੍ਰਾਪਤ ਕਰ ਸਕਣ, ਲਾਅ ਐਂਡ ਆਰਡਰ ਵਧੀਆ ਹੋਵੇ, ਨੀਤੀਆਂ ਵਧੀਆ ਹੋਣ ਤੇ ਲੋਕਾਂ ਨੂੰ ਸਹਾਇਤਾ ਵਧੀਆ ਤਰੀਕੇ ਨਾਲ ਮਿਲੇ, ਸਸਤੇ ਰੇਟਾਂ ਦੇ ਉੱਤੇ, ਵਿਆਜ ਦੇ ਉੱਤੇ, ਘੱਟ ਦਰਾਂ ਦੇ ਉੱਤੇ ਪੈਸਾ ਮਿਲੇ ਤਾਂ ਕਿ ਲੋਕ ਕੰਮ ਕਰ ਸਕਣ, ਟੈਕਸ ਸਲੈਬਸ ਘੱਟ ਹੋਣ। ਇਸ ਤਰ੍ਹਾਂ ਦੀਆਂ ਸਹੂਲਤਾਂ ਜਿਹੜੀਆਂ ਸਰਕਾਰਾਂ ਨੂੰ ਦੇਣ ਦੀ ਲੋੜ ਹੈ। ਲੋਕ ਬਹੁਤ ਵਧੀਆ ਤਰੀਕੇ ਨਾਲ ਹਿੰਦੁਸਤਾਨ ਨੂੰ ਵਿਸ਼ਵ ਗੁਰੂ ਬਣਨ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਆਉਣ ਦੇ ਲਈ ਮਿਹਨਤ ਕਰਨਗੇ ਔਰ ਮੈਂ ਸਮਝਦਾ ਕਿ ਲੋਕਾਂ ਦੇ ਅੰਦਰ ਕੰਮ ਕਰਨ ਦੀ ਕਿਸੇ ਤਰ੍ਹਾਂ ਦੀ ਭਾਵਨਾ ਦੇ ਵਿੱਚ ਕੋਈ ਕਮੀ ਨਹੀਂ ਹੈ। ਬਸ ਸਰਕਾਰਾਂ ਦੀ ਨੀਤੀ ਔਰ ਨੀਅਤ ਇਹ ਦੋਨੋਂ ਸਹੀ ਹੋਣੀਆਂ ਚਾਹੀਦੀਆਂ। ਹਾਂ ਬਿਲਕੁਲ ਜੀ। ਔਰ ਜੋ ਇਸ ਵਕਤ ਹਾਲਾਤ ਨੇ, ਕਿਉਂਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਹੋਣ ਦੀ ਅਗਵਾਈ ਹੇਠ ਜਿਹੜੀ ਸਰਕਾਰ ਬਣੀ ਸੀ ਉਹਨੇ ਵੀ ਭ੍ਰਿਸ਼ਟਾਚਾਰ ਤੇ ਬੜਾ ਜ਼ੋਰਦਾਰ ਪ੍ਰਹਾਰ ਕਰਨ ਦੀ ਜਿਹੜੀ ਆ ਐਲਾਨ ਕੀਤੇ ਸੀਗੇ,
ਉਹ ਕਾਫੀ ਹੱਦ ਤੱਕ ਦਿਖਾਈ ਵੀ ਦੇ ਰਹੇ ਆ। ਹਾਲਾਂਕਿ ਉਹ ਵੱਡੇ ਵੱਡੇ ਲੋਕਾਂ ਦੇ ਪੋਲੀਟੀਕਲ ਜਿਹੜੇ ਲੋਕ ਨੇ ਵੱਡੇ ਆ ਮਗਰਮੱਛ ਜਿਹੜੇ ਆ ਉਹ ਉਹਨਾਂ ਵੱਲ ਨੂੰ ਜ਼ਿਆਦਾ ਰੁਚਿਤ ਆ, ਔਰ ਨਾਲ ਦੇ ਨਾਲ ਅਧਿਕਾਰੀਆਂ ਕਰਮਚਾਰੀ ਜਿਹੜੇ ਆ ਉਹ ਵੀ ਲਗਾਤਾਰ ਜਿਹੜੇ ਆ ਅੰਦਰ ਕੀਤੇ ਜਾ ਰਹੇ ਨੇ। ਹਾਲਾਂਕਿ ਇਹ ਨੀਤੀ ਸਵਾਲਾਂ ਦੇ ਘੇਰੇ 'ਚ ਹੈ ਕਿ ਕਿਸੇ ਵਿਅਕਤੀ ਨੂੰ ਅੰਦਰ ਕਰ ਦੇਣ ਦੇ ਨਾਲ ਕੀ ਅੱਗੇ ਭ੍ਰਿਸ਼ਟਾਚਾਰ ਤੇ ਕਿੰਨੀ ਰੋਕ ਲੱਗਦੀ ਹੈ ਇਹ ਦੇਖਣਾ ਬਾਕੀ ਹੈ। ਪਰ ਕੇਂਦਰ ਸਰਕਾਰ ਜਿਹੜੀ ਉਹ ਵੀ ਇਸੇ ਕਦਮ ਚਿੰਤੇ ਵੱਧਦੀ ਜਾ ਰਹੀ ਹੈ। ਈਡੀ ਦੇ CBI ਦੇ ਰੋਜ਼ਾਨੇ ਛਾਪੇ ਪੈਂਦੇ ਨੇ ਤੇ ਹੁਣ ਤਾਂ ਪ੍ਰਧਾਨ ਮੰਤਰੀ ਜੀ ਨੇ ਲਾਲ ਕਿਲੇ ਤੋਂ ਵੀ ਕਹਿਤਾ ਕਿ ਅਸੀਂ ਇਹ ਹੁਣ ਖਹਿੜਾ ਛਡਾਉਣਾ ਤੇ ਭ੍ਰਿਸ਼ਟਾਚਾਰ ਤੋਂ ਛਡਾਉਣਾ। ਤੇ ਮੈਨੂੰ ਲੱਗਦਾ ਸੂਬਾ ਸਰਕਾਰ ਤੇ ਭਾਰਤ ਸਰਕਾਰ ਜਿਵੇਂ ਕਾਰਵਾਈਆਂ ਕਰ ਰਹੇ ਨੇ ਤੇ ਆਉਣ ਵਾਲੇ ਦਿਨਾਂ 'ਚ ਜਿਹੜੇ ਪੰਜਾਬੀ ਆਮ ਤੌਰ ਤੇ ਅਸੀਂ ਇਹ ਕਹਿੰਦੇ ਇੱਥੇ ਕੁਝ ਹੈ ਨਹੀਂ ਜੀ, ਇੱਥੇ ਕੁਝ ਨਹੀਂ ਹੈਗਾ, ਹੁਣ ਸਾਨੂੰ ਵੀ ਕੁਝ ਨਾ ਕੁਝ ਇਸੇ ਆਪਣੇ ਦੇਸ਼ ਦੇ ਵਿੱਚ ਹੀ ਦਿਸਣ ਲੱਗ ਜਾਏਗਾ। ਇੱਥੇ ਸਭ ਕੁਝ ਉਪਲਬਧ ਹੋਣ ਲੱਗ ਜਾਏਗਾ, ਇੱਥੇ ਵੀ ਸਾਨੂੰ ਬਰਾਬਰ ਜਿਹੜੇ ਆ ਉਹ ਮੌਕੇ ਮਿਲਣਗੇ ਤੇ ਅਸੀਂ ਜਿਹੜੀ એનર્ਜੀ ਬਾਹਰ ਜਾ ਕੇ ਬਾਹਰਲੇ ਦੇਸ਼ਾਂ ਨੂੰ ਜਾ ਕੇ ਜਿਹੜੀ ਅਸੀਂ ਆਪਣੀ ਯੋਗਤਾ ਉਹ ਦੇ ਦਿੰਦੇ ਆ ਸਸਤੇ ਭਾਅ 'ਚ। ਤੇ ਉਹ ਹੁਣ ਸਾਡੀ ਜਿਹੜੀ ਯੋਗਤਾ ਸਾਡੇ ਹੀ ਦੇਸ਼ ਸਾਡੇ ਹੀ ਹਿੱਤ ਲਈ ਜਿਹੜਾ ਉਹ ਵਰਤਨ ਜ਼ਰੂਰ ਕਾਮਯਾਬ ਹੋਏਗਾ। ਇਸੇ ਉਮੀਦ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਖਤਮ ਕਰਦੇ ਹਾਂ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।